ਕੌਮੀ ਆਵਾਜ਼ ਅਤੇ ਕੇਟੀਵੀ ਯੂਕੇ ਦੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਕਹਿੰਦੇ ਆ। ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਾਣੀਆਂ ਦੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਜੀ ਅਸੀਂ ਪੰਜਾਬ ਤੋਂ ਪੱਤਰਕਾਰ ਜਸਵੀਰ ਸਿੰਘ ਮੁਕਤਸਰ ਹੋਰਾਂ ਦੇ ਨਾਲ। ਇਹ ਸ਼ੋਅ ਹੈ ਜਿਹੜਾ ਅਸੀਂ ਬੀਤੇ ਕੱਲ ਤੋਂ ਹੀ ਸ਼ੁਰੂ ਕੀਤਾ। ਉਮੀਦ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋਸ਼ਿਸ਼ ਨੂੰ ਜਾਰੀ ਰੱਖਾਂਗੇ। ਇਸ ਸ਼ੋਅ ਦੇ ਵਿੱਚ ਅਸੀਂ ਸਿੱਖ ਨਜ਼ਰੀਏ ਦੇ ਉੱਤੋਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਉਮੀਦ ਆ ਤੁਹਾਨੂੰ ਸਾਡੀਆਂ ਜਿਹੜੀਆਂ ਇਹ ਚਰਚਾਵਾਂ ਨੇ ਇਹ ਕੁਝ ਸਾਰਥਕ ਲੱਗਣਗੀਆਂ ਅਤੇ ਭਵਿੱਖ ਦੇ ਵਿੱਚ ਤੁਹਾਡੀ ਵੀ ਇਸ ਦੇ ਵਿੱਚ ਸ਼ਮੂਲੀਅਤ ਆ ਜਿਹੜੀ ਫੋਨ ਲਾਈਨ ਦੇ ਜ਼ਰੀਏ ਉਹ ਬਣਾਉਣੀ ਯਕੀਨੀ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਜਸਵੀਰ ਸਿੰਘ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਔਰ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਜੀ ਤੁਹਾਡੇ ਅਤੇ ਦੇਸ਼ ਪੰਜਾਬ ਦੇ ਮੌਸਮ ਦੇ? ਕੱਲ ਨੂੰ ਥੋੜੀ ਜਿਹੀ ਗਰਮੀ ਘਟੀ ਜਾਂ ਅਜੇ ਉਂਝ ਹੀ ਹੈ? ਜੀ ਪੰਜਾਬ ਦਾ ਮਾਹੌਲ ਠੀਕ ਹੈ, ਚੰਗਾ ਹੈ। ਕੁਝ ਇਲਾਕਿਆਂ ਦੇ ਵਿੱਚ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਗਰਮੀ ਬਰਕਰਾਰ ਹੈ, ਪਰ ਉਮੀਦ ਹੈ ਵੀ ਮੁੜ ਜਿਹੜਾ ਕਿ ਕਿਉਂਕਿ ਮੌਸਮ ਨੇ ਕਰਵਟ ਲੈ ਲਈ ਹੈ। ਹੁਣ ਜੇ ਅੰਗਰੇਜ਼ੀ ਮਹੀਨੇ ਦੀ ਗੱਲ ਕਰ ਲਈਏ, ਅੱਧਾ ਅਗਸਤ ਵੀ ਲੰਘ ਚੱਲਿਆ ਤੇ ਲਗਭਗ 1.5-2 ਮਹੀਨੇ ਜਿਹੜੀ ਆ ਉਹ ਗਰਮੀ ਦੇ ਰਹਿ ਗਏ ਆ। ਤਾਂ ਠੀਕ ਹੈ, ਫਿਲਹਾਲ ਮਾਹੌਲ ਚੰਗਾ ਜਿਹੜਾ ਮੌਸਮ ਕਿਹਾ ਜਾ ਸਕਦਾ ਜੀ। ਗੱਲਬਾਤ ਕਰਦੇ ਆਪਾਂ ਸ਼ੁਰੂ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਤੋਂ। ਪੰਜਾਬੀ ਯੂਨੀਵਰਸਿਟੀ ਜਿਹੜੀ ਇਸ ਖਿੱਤੇ ਦੇ ਵਿੱਚ ਬੋਲੀ ਦੇ ਨਾਂ ਦੇ ਉੱਤੇ ਬਣਨ ਵਾਲੀ ਪਹਿਲੀ ਯੂਨੀਵਰਸਿਟੀ ਸੀ, ਉਸ ਦਾ ਵਿੱਤੀ ਸੰਕਟ ਵੈਸੇ ਤਾਂ ਕਾਫੀ ਸਮਿਆਂ ਤੋਂ ਚੱਲ ਰਿਹਾ ਹੈ। ਹੁਣ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਟਕਸਾਲੀ ਅਕਾਲੀ ਆਗੂ ਪ੍ਰੋਫੈਸਰ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਆ ਕਿ ਇਸ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਦੇ ਵਿੱਚੋਂ ਕੱਢੋ। ਵੈਸੇ ਤਾਂ ਆਪਾਂ ਕਹਿੰਦੇ ਕਿ ਪੰਜਾਬ ਦਾ ਜਿਹੜਾ ਇਸ ਵਕਤ ਸਿੱਖਿਆ ਪ੍ਰਬੰਧ ਆ ਉਹ ਆਪਣੇ ਆਪ ਇੱਕ ਸੰਕਟ ਦੇ ਵਿੱਚ ਆ। ਉਹ ਮੌਲਿਕ ਉਹਦੇ ਸੰਕਟ ਦੇ ਵਿੱਚ ਆਪਾਂ ਕਹਿੰਦੇ ਕਿ ਵੈਲਿਊਜ਼ ਦੇ ਸੰਕਟ ਦੇ ਵਿੱਚ। ਪਰ ਜਿਹੜਾ ਇੱਕ ਆਰਥਿਕ ਸੰਕਟ ਆ ਉਹ ਵੀ ਇੱਕ ਮਾਇਨੇ ਰੱਖਦਾ। ਸੋ ਕੀ ਲੱਗਦਾ ਕਿ ਇਹ ਇੰਨੇ ਸਾਲਾਂ ਤੋਂ ਚੱਲ ਰਹੀ ਸੰਕਟ ਦੇ ਵਿੱਚੋਂ ਨਿਕਲੂ? ਕੈਪਟਨ ਹੁਣੀ ਨੂੰ ਇਸ ਪਾਸੇ ਕੋਈ ਧਿਆਨ ਦੇਣਗੇ ਜਾਂ ਕਿਹੋ ਜਿਹਾ ਇਹਦਾ ਅੱਗੇ ਪ੍ਰਬੰਧ ਬਣੂਗਾ? ਪੰਜਾਬੀ ਯੂਨੀਵਰਸਿਟੀ ਜਿਹੜੀ ਕਿ ਪੰਜਾਬ ਦੀ ਇੱਕ ਵੱਡੀ ਜਿਹੜੀ ਕਿ ਸੰਸਥਾ ਹੈਗੀ ਵਿਦਿਅਕ ਦੀ, ਹਾਲਾਂਕਿ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਅਦਾਰੇ ਆ, ਪਰ ਪੰਜਾਬੀ ਯੂਨੀਵਰਸਿਟੀ ਦਾ ਹੀ ਵਿੱਤੀ ਸੰਕਟ ਦੇ ਵਿੱਚ ਜਾਣਾ, ਬਾਕੀਆਂ ਨਾਲੋਂ ਵੱਧ ਜਾਣਾ, ਜ਼ਿਆਦਾ ਹੀ ਚਰਚਾ 'ਚ ਰਹਿਣਾ, ਇਹ ਜਿਹੜੀ ਇੱਕ ਚਿੰਤਾ ਦੀ ਗੱਲ ਹੈ। ਕਿਉਂਕਿ ਪੰਜਾਬੀ ਯੂਨੀਵਰਸਿਟੀ ਦਾ ਮਾਹੌਲ ਜਿਹੜਾ ਹੈਗਾ ਬਾਕੀ ਅਦਾਰਿਆਂ ਤੋਂ, ਬਾਕੀ ਸੰਸਥਾਵਾਂ ਤੋਂ, ਖਾਸ ਕਰਕੇ ਪੰਜਾਬ ਯੂਨੀਵਰਸਿਟੀ ਨਾਲੋਂ ਬਹੁਤ ਵੱਖਰਾ ਹੈ। ਇੱਥੋਂ ਦੇ ਵਿਦਿਆਰਥੀ ਜਿਹੜੇ ਆ ਨਿਕਲ ਕੇ ਉਹਨਾਂ ਚੋਂ ਉਹ ਚੀਜ਼ ਦਿਸਦੀ ਹੈ ਕਿ ਕੋਈ ਯੂਨੀਵਰਸਿਟੀ ਦਾ ਵਿਦਿਆਰਥੀ ਉਹ ਚਾਹੇ ਕਿਸੇ ਵੀ ਜਿਹੜੀ ਆ ਉਹ ਵਿਚਾਰਧਾਰਾ ਦਾ ਜਾਂ ਕਿਸੇ ਵੀ ਪੱਖ ਦੀ ਜਿਹੜੀ ਸੋਚ ਰੱਖਦਾ ਹੋਵੇ, ਪਰ ਉਹ ਇੱਥੇ ਕੁਛ ਵਿਦਿਆ ਦੀ ਗੱਲ ਹੀ ਜਿਹੜੀ ਜ਼ਿਆਦਾ ਕੀਤੀ ਜਾਂਦੀ ਹੈ। ਤਾਂ ਇਸ ਯੂਨੀਵਰਸਿਟੀ ਨੂੰ ਜੇ ਅਸੀਂ ਫੰਡਾਂ ਦੀ ਗੱਲ ਕਰ ਲਈਏ, ਜੇ ਅਸੀਂ ਉਸ ਪੱਖੋਂ ਗੱਲ ਕਰ ਲਈਏ ਤਾਂ ਉਹ ਫੰਡ ਹੀ ਰੱਖਿਆ ਜਾਂਦਾ। ਉਹ ਜਿਹੜਾ ਹੈਗਾ ਅਸੀਂ ਉਹ ਲਗਾਤਾਰ ਜਿਹੜਾ ਕਈ ਜਿਹੜਾ ਕਿ ਉਹ ਗੱਲਾਂ ਬਾਤਾਂ ਦੇ ਵਿੱਚ ਜਾਂ ਸਮਿਆਂ ਦੇ ਵਿੱਚ ਉਹ ਚਰਚਾ 'ਚ ਰਹਿੰਦੀ ਹੈ। ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਿਹੜੇ ਪ੍ਰਧਾਨ ਹੈ ਕਿਰਪਾਲ ਸਿੰਘ ਬਡੂੰਗਰ ਹੋਣਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਗੱਲ ਚਿੱਠੀ ਲਿਖ ਕੇ ਅਪੀਲ ਕਰਨੀ, ਅਰਜ਼ ਕਰਨੀ ਵੀ ਧਿਆਨ ਦਿਓ। ਤਾਂ ਕੀ ਕੈਪਟਨ ਅਮਰਿੰਦਰ ਸਿੰਘ ਇਸ ਯੂਨੀਵਰਸਿਟੀ ਦੇ ਮਸਲੇ ਦੇ ਉੱਤੇ ਕਿਸ ਤਰੀਕੇ ਦਾ ਆਪਣਾ ਪੱਖ ਰੱਖਣਗੇ, ਇਹ ਤਾਂ ਉਡੀਕ ਰਹੂਗੀ। ਪਰ ਉਮੀਦਾਂ ਘੱਟ ਹੀ ਹੈ। ਤਾਂ ਘੱਟ ਹੈ ਵੀ ਸ਼ਾਇਦ ਇਸ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੀ ਇੱਕ ਅਜਿਹੀ ਨੌਜਵਾਨਾਂ ਦੀ ਜਿਹੜੀ ਇੱਕ ਟੀਮ ਸਦਾ ਹੀ ਜਿਹੜੀ ਸ਼ੁਰੂ ਤੋਂ ਲੈ ਕੇ ਇੱਕ ਬੈਚ ਆਉਂਦਾ, ਇੱਕ ਜਾਂਦਾ, ਇੱਕ ਆਉਂਦਾ, ਇੱਕ ਜਾਂਦਾ, ਜਿਹੜੀ ਪ੍ਰੋ ਪੰਥ ਹੈ, ਪੰਥਕ ਵਿਚਾਰਧਾਰਾ ਨੂੰ ਜਿਹੜੀ ਆ ਉਹ ਸਦਾ ਹੀ ਉਹ ਪਿਆਰ ਕਰਦੀ ਆ। ਔਰ ਅਸੀਂ ਬਾਈ ਨੇਮ ਵੀ ਬਹੁਤ ਸਾਰੇ ਜਿਹੜੇ ਕਿ ਪੁਰਾਣੇ ਜਿਹੜੇ ਵਿਦਿਆਰਥੀ ਹੈਗੇ ਆ ਜਾਂ ਜਿਹੜੇ ਸਕਾਲਰ ਆ ਉਹਨਾਂ ਦੇ ਕਹਿ ਸਕਦੇ ਆ, ਜਿਹੜੇ ਉਹਨਾਂ ਮਸਲਿਆਂ ਨੂੰ ਹੱਥ ਪਾਉਂਦੇ ਆ ਜਿੱਥੇ ਪੰਜਾਬ ਦੀ ਸਰਕਾਰ ਜਾਂ ਭਾਰਤੀ ਸਰਕਾਰ ਆ ਜਿਹੜੀ ਉੱਥੇ ਪੰਥ ਪੰਜਾਬ ਦੇ ਜਿਹੜਾ ਕਿ ਸਿਧਾਂਤ ਤੇ ਹਮਲਾ ਕਰਦੀ ਹੈ, ਸਾਡੀ ਮਰਿਆਦਾ ਤੇ ਹਮਲਾ ਕਰਦੀ ਹੈ, ਪੰਜਾਬੀ ਮਾਂ ਬੋਲੀ, ਇਹ ਸਾਰੇ ਮਸਲਿਆਂ ਨੂੰ ਜਿੱਦਾਂ ਮੰਨ ਲਓ ਅਸੀਂ ਪਿੱਛੇ ਜਿਹੇ ਜਾਂਦੇ ਹਾਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਥੋੜਾ ਜਿਹਾ ਕਿਉਂ ਵਿਤਕਰਾ ਹੁੰਦਾ, ਔਰ ਅਗਲੀਆਂ ਜਿਹੜੀਆਂ ਕੁਝ ਪਲੈਨਿੰਗਾਂ ਹੈਗੀਆਂ ਵੀ ਪੰਜਾਬੀ ਯੂਨੀਵਰਸਿਟੀ ਨੂੰ ਵੀ ਜਿਹੜਾ ਕਿਸੇ ਤਰੀਕੇ ਦੇ ਨਾਲ ਉਹ ਫਾਡੀ ਕੀਤਾ ਜਾਵੇ, ਹੋਰ ਕਮਜ਼ੋਰ ਕੀਤਾ ਜਾਵੇ ਕਿਸੇ ਨਾ ਕਿਸੇ ਪੱਖੋਂ। ਜਦੋਂ ਗੁਰਦਾਸ ਮਾਨ ਵਾਲਾ ਪੰਜਾਬੀ ਮਾਂ ਬੋਲੀ ਦਾ ਰੌਲਾ ਹੋਇਆ ਤਾਂ ਇਸੇ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਸਾਰੇ ਜਿਹੜੇ ਸੀਨੀਅਰ ਪ੍ਰੋਫੈਸਰ ਸਾਹਿਬਾਨ ਆ ਉਹ ਖੁੱਲ੍ਹ ਕੇ ਨਿੱਤਰੇ ਆ ਉਹ ਗੁਰਦਾਸ ਮਾਨ ਦੇ ਉਸ ਮਾਮਲੇ ਦੇ ਵਿੱਚ। ਅਸੀਂ ਵੀ ਕੁਝ 3-4 ਜਿਹੜੇ ਕਿ ਸ਼ਖਸੀਅਤਾਂ ਦੀਆਂ ਇੰਟਰਵਿਊਜ਼ ਕੀਤੀਆਂ ਸੀਗੀਆਂ,
ਔਰ ਉਹਨਾਂ ਦਾ ਉਹ ਗੱਲਬਾਤ ਕਰਨ ਦਾ ਤਰੀਕਾ ਔਰ ਤੱਥਾਂ ਦੇ ਨਾਲ ਗੱਲਬਾਤ ਕਰਨੀ ਵੀ ਕਿੰਨੀ ਕੁ ਅਹਿਮੀਅਤ ਹੈਗੀ ਆ ਉਸ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਔਰ ਉਹਨਾਂ ਦੇ ਵਾਸਤੇ ਲਗਾਓ ਆ ਵੀ ਇਕੱਲਾ ਉੱਥੇ ਇਹ ਕਹਿ ਲਓ ਵੀ ਮਸ਼ੀਨਰੀ ਨਹੀਂ ਪੈਦਾ ਕੀਤੀ ਜਾਂਦੀ ਵੀ ਇਸ ਜੀ ਤਰ੍ਹਾਂ ਹਾਂਜੀ ਇੰਨੇ ਨੰਬਰ ਨਹੀਂ ਹੁੰਦੇ ਵੀ ਕਿੰਨੇ ਪੜ੍ਹ ਗਏ ਕਿੰਨੇ ਹੋਗੇ, ਚਾਹੇ ਉੱਥੇ ਕੋਈ ਹੂੰ ਥੀਏਟਰ ਦਾ ਵਿਦਿਆਰਥੀ ਹੈ, ਚਾਹੇ ਕੋਈ ਜਿਹੜਾ ਹੋਰ ਬਾਕੀ ਜਿਹੜੀਆਂ ਜਿੰਨੇ ਵੀ ਲਾਈਨਾਂ ਹੈਗੀਆਂ ਉਹਨਾਂ ਦਾ ਵਿਦਿਆਰਥੀ ਆ, ਉਹ ਹਰ ਇੱਕ 'ਚ ਇੱਕ ਵੱਖਰੀ ਝਲਕ ਦਿਸਦੀ ਹੈ। ਇਹ ਜੀ ਬੜੀ ਜਿਹੜੀ ਗੱਲ ਕਮਾਲ ਦੀ ਹੈ ਔਰ ਖਾਸ ਕਰਕੇ ਪਿਛਲੇ ਸਮਿਆਂ ਦੇ ਵਿੱਚ ਪੰਜਾਬੀ ਦੀ ਗੱਲ ਹੈ ਜਾਂ ਪੰਜਾਬ ਦੇ ਮਸਲਿਆਂ ਦੀ ਗੱਲ ਹੈ ਤਾਂ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਬੁਲਾਰੇ ਆ ਉਹ ਦਿੱਲੀ ਕਿਸਾਨੀ ਸੰਘਰਸ਼ ਦੀਆਂ ਸਟੇਜਾਂ ਤੱਕ ਔਰ ਉਹਨਾਂ ਲੀਡਰਾਂ ਨੂੰ ਕਈ ਵਾਰੀ ਉਹ ਮਤੇ ਤੱਕ ਵੀ ਜਿਹੜਾ ਲਿਖ ਕੇ ਦਿੰਦੇ ਰਹੇ ਆ। ਔਰ ਕੈਪਟਨ ਸਾਹਿਬ ਹੁਣ ਇਹ ਮਾਮਲੇ ਨੂੰ ਕਿੰਨਾ ਕੁ ਗੰਭੀਰ ਲੈਂਦੇ ਆ, ਕਿਉਂਕਿ ਜੇ ਤਾਂ ਪੰਜਾਬ ਬਚਾਉਣਾ ਤਾਂ ਨੀਹਾਂ ਤਾਂ ਇੱਥੋਂ ਬਣਨੀਆਂ, ਪੰਜਾਬ ਦੀਆਂ ਜੀ ਨੀਹਾਂ ਜਿਹੜੀਆਂ ਪੰਜਾਬ ਦੇ ਸਕੂਲ ਕਾਲਜ ਆ। ਹਾਲਾਂਕਿ ਪੰਜਾਬ ਦੇ ਵਿੱਚ ਇੱਕ ਸਾਨੂੰ ਵੀ ਪਤਾ ਵੀ ਪਹਿਲਾਂ ਟੈਕਨੀਕਲ ਜਿਹੜੇ ਕਾਲਜਾਂ ਨੇ, ਟੈਕਨੀਕਲ ਯੂਨੀਵਰਸਿਟੀਆਂ ਨੇ ਇੱਕ ਲੰਮਾ ਸਮਾਂ ਕਬਜ਼ਾ ਰੱਖਿਆ, ਲਗਭਗ ਇੱਕ ਦਹਾਕਾ ਕਹਿ ਸਕਦੇ ਆ। 2007 2006-7 ਤੋਂ ਲੈ ਕੇ 2016-17 ਤੱਕ ਬਹੁਤਾਤ ਦੇ ਜਿਹੜੇ ਵਿਦਿਆਰਥੀ ਸੀ ਉਹ ਚਾਹੁੰਦੇ ਸੀ ਕਿ ਅਸੀਂ ਡਿਗਰੀ ਡਿਪਲੋਮਾ ਈਸੀ ਇਲੈਕਟ੍ਰੋਨਿਕਸ ਦਾ ਜਾਂ ਕੋਈ ਬੀਟੈਕ ਕਰ ਲਈਏ, ਐਮਟੈਕ ਕਰ ਲਈਏ। ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੁਝਾਨ ਉਧਰ ਰਿਹਾ ਉਹ ਤਾਂ ਰਿਹਾ ਕਿਉਂਕਿ ਪਿਛਲੀ ਜਿਹੜੀ ਸਰਕਾਰ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਇੰਡਸਟਰੀ ਦੇ ਨਾਂ ਦੇ ਉੱਤੇ ਕਾਫੀ ਲੋਕਾਂ ਨੂੰ ਜਿਹੜਾ ਕਿ ਉਹ ਵਾਅਦੇ ਕੀਤੇ ਸੀ ਵੀ ਇੰਡਸਟਰੀ ਆਊਗੀ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਹੋਣਗੀਆਂ, ਤੁਸੀਂ ਡਿਪਲੋਮਾ ਜੀ ਕਰੋ 2-3 ਸਾਲ ਦਾ 2-3 ਲੱਖ ਰੁਪਏ ਤੁਹਾਡਾ ਲੱਗਣਾ, ਉਸ ਤੋਂ ਬਾਅਦ ਤੁਹਾਨੂੰ ਪਰ ਮੰਥ 25,000 30,000 35 40,000 45,000 ਇਸ ਤਰ੍ਹਾਂ ਦੀਆਂ ਜਿਹੜੀਆਂ ਨੌਕਰੀਆਂ ਮਿਲ ਜਾਣਗੀਆਂ। ਤਾਂ ਜੀ ਨੌਜਵਾਨਾਂ ਦੇ ਵਿੱਚ ਸੀ ਠੀਕ ਹੈ ਯਾਰ ਅਸੀਂ ਆਰਟਸ ਦੀ ਜਿਹੜੀ ਵਿੱਦਿਆ ਲੈ ਕੇ ਸ਼ਾਇਦ ਉਹਨਾਂ ਕਿਉਂਕਿ ਕਿਰਤ ਵਾਸਤੇ ਹੀ ਬੰਦਾ ਪੜ੍ਹਦਾ ਨਾ, ਘਰ ਪਰਿਵਾਰ ਪਾਲਣ ਵਾਸਤੇ, ਉਹਨਾਂ ਸ਼ਾਇਦ ਸਾਨੂੰ ਜਿਹੜਾ ਨਾ ਉਹ ਜਿਹੜਾ ਕਿ ਸਾਡੀ ਮਿਹਨਤ ਦਾ ਜਿਹੜਾ ਮੁੱਲ ਪਵੇ ਜਾਂ ਸਾਨੂੰ ਇਸ ਤਰ੍ਹਾਂ ਦਾ ਕਾਰੋਬਾਰ ਜਾਂ ਕੋਈ ਜੋਬ ਨਾ ਮਿਲੇ ਤਾਂ ਅਸੀਂ ਇੱਧਰ ਨੂੰ ਆ ਜਾਂਦੇ ਹਾਂ। ਲਗਭਗ ਇੱਕ ਦਹਾਕਾ ਜਿਹੜਾ ਹੈ ਇਸ ਤੋਂ ਵੱਧ ਹੀ, ਹਾਲਾਂਕਿ ਸ਼ੁਰੂ ਤੇ ਕਾਲਜ ਜਿਹੜੇ 2000 ਤੋਂ 2001-2 ਤੋਂ ਹੀ ਹੋ ਗਏ ਸੀ, ਪਰ 6-7 ਦੇ ਵਿੱਚ ਪੂਰਾ ਜੋਬਨ ਤੇ ਸੀ ਕਿਉਂਕਿ ਮੈਂ ਖੁਦ ਨੇ ਡਿਪਲੋਮਾ ਕੀਤਾ ਈਸੀ ਦਾ। ਤਾਂ ਉਦੋਂ ਲੀਡ ਦੇ ਵਿੱਚ ਐਡਮਿਸ਼ਨ ਹੋਈ, ਉਦੋਂ ਬਹੁਤ ਟੈਸਟ ਹੁੰਦੇ ਸੀ, ਬੜਾ ਪ੍ਰੈਸ਼ਰ ਪਾ ਕੇ ਲੈ ਦੇ ਕੇ ਫਿਰ ਐਡਮਿਸ਼ਨ ਹੁੰਦੀ ਸੀ। ਔਰ ਅੱਜ ਜੇ ਉਹਨਾਂ ਕਾਲਜਾਂ ਦੇ ਅਸੀਂ ਟੈਕਨੀਕਲ ਯੂਨੀਵਰਸਿਟੀਜ਼ ਦੀ ਕਾਲਜਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੀਆਂ ਬਿਲਡਿੰਗਾਂ ਨੂੰ ਜਿਹੜਾ ਉਹ ਬਿਲਕੁਲ ਹੁਣ ਤਾਂ ਚੂਹੇ ਖਾਈ ਜਾਂਦੇ ਐਂ ਕਹਿ ਲਓ, ਕਿਉਂਕਿ ਲੋਕ ਜਾ ਹੀ ਨਹੀਂ ਰਹੇ ਉਧਰ ਨੂੰ। ਹੁਣ ਇਸ ਟਾਈਮ ਜੀ ਐਲਸ ਵਾਲਾ ਜਿਹੜਾ ਰੁਝਾਨ ਚੱਲ ਰਿਹਾ ਪੰਜਾਬ ਦੇ ਵਿੱਚ, ਅਗਲਾ ਕਹਿੰਦਾ 12ਵੀਂ ਕੀਤੀ ਹੈ ਚੱਲ ਮੁੰਡਿਆ ਚੱਲ ਕੁੜੀਏ ਐਲਸ ਕਰ ਤੇ ਚੱਲ ਕੈਨੇਡਾ, ਜੇ ਤੂੰ ਹੂੰ ਨਹੀਂ ਜਾ ਸਕਦੀ ਕੋਈ ਰਿਸ਼ਤਾ ਲੱਭ ਲੈਂਦੇ ਆ, ਹਨਾ। ਜੀ ਇਹ ਵੀ ਚੱਲ ਰਿਹਾ। ਪਰ ਜਿਹੜੀਆਂ ਯੂਨੀਵਰਸਿਟੀਆਂ ਨੇ, ਜਿਹੜੀਆਂ ਯੂਨੀਵਰਸਿਟੀਆਂ ਦਾ ਇੱਕ ਬੜਾ ਵੱਡਾ ਇਤਿਹਾਸ ਖਲੋਤਾ ਇਹਦੇ ਮਗਰ, ਇਹਨਾਂ ਯੂਨੀਵਰਸਿਟੀਆਂ ਚੋਂ ਕੁਝ ਅਜਿਹੇ ਸ਼ਖਸ ਨਿਕਲੇ ਆ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਨਾਮਣਾ ਹੈ। ਉਹ ਪੰਜਾਬ ਦੀ ਬੋਲੀ ਨੂੰ ਲੈ ਕੇ ਆ, ਪੰਜਾਬ ਦੇ ਸੁਭਾਅ ਨੂੰ ਲੈ ਕੇ ਆ, ਉੱਥੇ ਇਸ ਤਰ੍ਹਾਂ ਦੀਆਂ ਚੇਅਰ ਸਥਾਪਿਤ ਕੀਤੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੇਅਰ ਹੈ, ਕੁਛ ਹੋਰ ਚੇਅਰਸ ਨੇ। ਤਾਂ ਇਹਨਾਂ ਯੂਨੀਵਰਸਿਟੀਜ਼ ਨੂੰ ਬਚਾਉਣਾ, ਉਹ ਪੰਜਾਬ ਦੀ ਅਸਲ ਵਿਰਾਸਤ ਨੂੰ ਸਾਂਭਣਾ ਹੈ। ਹੂੰ ਬਲਕਿ ਇੱਥੇ ਨਵੀਆਂ ਇੰਡਸਟਰੀਆਂ ਲਿਆ ਕੇ ਉਸ ਤਰ੍ਹਾਂ ਦੇ ਇਕੱਲੇ ਟੈਕਨੀਕਲ ਹੋਣੀਆਂ ਚਾਹੀਦੀਆਂ, ਹਰ ਪੱਖ ਦੀ ਹਰ ਤਰ੍ਹਾਂ ਦੀ ਵਿੱਦਿਆ। ਇੱਕ ਸਮਾਂ ਹੁੰਦਾ ਨਾ, ਉਹ ਕੋਈ ਸਮਾਂ ਸੀਗਾ ਇਸ ਤੋਂ ਪਹਿਲਾਂ, ਜਿੱਦਾਂ ਜਿਹੜੇ ਸਾਡੇ ਬਹੁਤ ਸਾਰੇ ਸੀਨੀਅਰ ਪੱਤਰਕਾਰ ਸਾਹਿਬਾਨ ਨੇ ਜਾਂ ਉਹ ਗਿਆਨੀ ਕਰਦੇ ਸੀ, ਉਹ ਗਿਆਨੀ ਦੇ ਵਿੱਚ ਕਿੰਨੀ ਵੱਡੀ ਉਹਨਾਂ ਨੂੰ ਵਿੱਦਿਆ ਦਾ ਜਿਹੜਾ ਭੰਡਾਰ ਹੈਗਾ ਉਹ ਪੜ੍ਹਦੇ ਸੀ, ਔਰ ਉਸ ਤੋਂ ਬਾਅਦ ਉਹਨਾਂ ਨੂੰ ਰਹਿਣੀ ਸਹਿਣੀ, ਉਹਨਾਂ ਦੀ ਜੀਵਨ ਸ਼ੈਲੀ ਜਿਹੜੀ ਆ ਬੜੀ ਕਮਾਲ ਦੀ ਹੋ ਜਾਂਦੀ ਸੀ, ਹਨਾ। ਜੀ ਜਿੱਦਾਂ ਕਹਿੰਦੇ ਗਿਆਨੀ ਜੀ, ਅਸਲ 'ਚ ਤਾਂ ਗਿਆਨੀ ਜੀ ਗਿਆਨੀ ਤੇ ਚੱਲੀ ਨਾ। ਤਾਂ ਉਹ ਹੂੰ ਗਿਆਨੀ ਐਡਾ ਸਤਿਕਾਰਯੋਗ ਡਿਗਰੀ ਹੈ, ਐਡਾ ਸਤਿਕਾਰਯੋਗ ਜਿਹੜਾ ਕਿ ਇੱਕ ਪੜ੍ਹਾਈ ਦਾ ਰੁਤਬਾ ਹੈ। ਤਾਂ ਹੁਣ ਉਹਨਾਂ ਕਾਲਜਾਂ ਦੇ ਵਿੱਚ ਜੇ ਸਰਕਾਰ ਜਿਹੜੀ ਆ ਉਹਨਾਂ ਨੂੰ ਫਾਡੀ ਰੱਖ ਲਈ ਹੈ, ਫੰਡਾਂ ਤੋਂ ਰੱਖ ਰਹੀ ਹੈ, ਕੁਛ ਹੋਰ ਪਾਸੋਂ ਰੱਖ ਰਹੀ ਹੈ, ਉਹਨਾਂ ਤੇ ਨਜਾਇਜ਼ ਸਖਤੀਆਂ ਕਰ ਰਹੀ ਹੈ, ਤਾਂ ਉਹ ਮਾੜੀ ਗੱਲ ਹੈ। ਇਹਨਾਂ ਮਤਲਬ ਸਰਕਾਰ ਦੇ ਵਿੱਚ ਵੀ ਇਹ ਹੈ ਵੀ ਇਹਨਾਂ ਅਦਾਰਿਆਂ ਨੂੰ ਖਤਮ ਕਰਕੇ ਕੁਛ ਨਵੀਆਂ, ਜਿਸ ਤਰ੍ਹਾਂ ਪੰਜਾਬ ਦੀ ਬਰਾਬਰ ਹੀ ਹੈ ਕੰਮ, ਜਿਸ ਤਰ੍ਹਾਂ ਜ਼ਮੀਨ ਖਤਮ ਕਰਕੇ ਕਾਰਪੋਰੇਟ ਲਿਆਓ, ਜੰਗਲ ਉਜਾੜ ਕੇ ਉੱਥੇ ਫੈਕਟਰੀਆਂ ਖੋਲੋ, ਤਾਂ ਇਹ ਯੂਨੀਵਰਸਿਟੀਆਂ ਉਜਾੜ ਕੇ ਨਵੇਂ ਟੈਕਨੀਕਲ ਜਾਂ ਨਵੇਂ ਕੁਛ ਹੋਰ ਅਦਾਰੇ ਖੋਲੋ, ਜਿਹਦੇ ਨਾਲ ਇਹ ਵੀ ਵਿਰਾਸਤ ਖਤਮ ਹੋ ਜਾਵੇ। ਔਰ ਇਹਨਾਂ ਦੇ ਅੰਦਰ ਜਿਹੜੀ ਜ਼ਮੀਨ ਹੈ ਉਹ ਕਈ 100 ਏਕੜ ਜ਼ਮੀਨ ਹੈ, ਉਹ ਸ਼ਹਿਰ ਦੀ ਮਹਿੰਗੀ ਜ਼ਮੀਨ ਹੈ। ਅਸਲ 'ਚ ਐਡਵਾਂਸ ਸੋਚਦੇ ਆ, ਸਾਡੇ ਤੋਂ 50 ਸਾਲ 20 ਸਾਲ। ਅੱਜ ਯੂਨੀਵਰਸਿਟੀ ਦੇ ਉੱਤੇ ਕੋਈ ਸਖਤੀ ਕਰਨਗੇ, ਫੰਡ ਨਾ ਦੇਣਗੇ, ਯੂਨੀਵਰਸਿਟੀ ਦੇ ਕਈ ਜਿਹੜੇ ਹੈਗੇ ਹੁਣ ਵੀ ਕੁਛ ਜਿਹੜੇ ਕੋਰਸ ਵਗੈਰਾ ਉਹਨਾਂ ਵਾਸਤੇ ਫੰਡ ਜਾਂ ਕੁਛ ਪ੍ਰੋਫੈਸਰ ਸਾਹਿਬਾਨ ਦੀਆਂ ਜਿਹੜੀਆਂ ਅਜੇ ਵੀ ਜਿਹੜੀਆਂ ਅਸਾਮੀਆਂ ਖਾਲੀ ਹੈ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਹੈਗੀਆਂ। ਤੇ ਅਸੀਂ ਕਿਸੇ ਉੱਥੋਂ ਦੇ ਪ੍ਰੋਫੈਸਰ ਸਾਹਿਬ ਦੇ ਨਾਲ ਸਪੈਸ਼ਲ ਚਰਚਾ ਵੀ ਕਿਸੇ ਦਿਨ ਜ਼ਰੂਰ ਆਪਾਂ ਸਮਰਾ ਸਾਹਿਬ ਕੋਸ਼ਿਸ਼ ਕਰ ਸਕਦੇ ਹਾਂ। ਜੀ ਤਾਂ ਇਹ ਐਡਵਾਂਸ ਦੇ ਵਿੱਚ ਸੋਚ ਰਹੇ ਆ। ਇਹਨਾਂ ਯੂਨੀਵਰਸਿਟੀਜ਼ ਦੇ ਨਾਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਜਾਇਦਾਦ ਵੀ ਹੈ ਉਹ ਸ਼ਹਿਰ 'ਚ ਆ ਗਈ ਹੈ। ਜਦੋਂ ਯੂਨੀਵਰਸਿਟੀ ਬਣੀ ਸੀ ਉਦੋਂ ਉਜਾੜ ਸੀ, ਜੰਗਲ ਸੀ। ਹੁਣ ਪਟਿਆਲਾ ਜੀ ਸ਼ਹਿਰ 'ਚ ਆ ਗਈ ਹੈ। ਹੁਣ ਉੱਥੇ ਫੁੱਟਾਂ ਦੀ ਜਿਹੜੀ ਜ਼ਮੀਨ ਹੈ, ਇਹ ਇਸ ਤਰੀਕੇ ਹਰ ਪੱਖ ਤੋਂ ਸੋਚਦੇ ਆ ਵੀ ਉਹ ਸਾਡੇ ਕੋਲ ਕਿਵੇਂ ਹੋਵੇ। ਤਾਂ ਉਹ ਕੰਮ ਫਿਰ ਉਹ ਸਰਕਾਰ ਦੇ ਕੋਲ ਤਾਕਤ ਆ, ਇਸ ਤਰੀਕੇ ਨਾਲ ਕੀਤਾ ਜਾਂਦਾ। ਬਿਲਕੁਲ। ਇਸ ਦੇ ਵਿੱਚ ਇੱਕ ਗੱਲ ਮੈਂ ਵੀ ਐਡ ਕਰਨਾ ਚਾਹੁੰਦਾ। ਜਿੰਨਾ ਸਮੇਂ ਦੇ ਵਿੱਚ ਅਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੁੰਦੇ ਸੀ, ਉਸ ਸਮੇਂ ਜਿਹੜੀ ਆਲ ਇੰਡੀਆ ਇੰਟਰਵਰਸਿਟੀ ਸਪੋਰਟਸ ਮੀਟ ਹੁੰਦੀ ਸੀ, ਉਸ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਬਹੁਤ ਸਾਲ ਟਰੋਫੀ ਜਿੱਤਦੀ ਰਹੀ। ਹੂੰ ਆਪਕੀ ਜੇਕਰ ਆਪਾਂ ਕਹਿ ਦਈਏ
ਕਿ ਇਸ ਓਲੰਪਿਕ ਦੇ ਵਿੱਚ ਸਭ ਤੋਂ ਵੱਧ ਮੈਡਲ ਕਿਸ ਨੇ ਜਿੱਤੇ ਨੇ, ਉਹਨੂੰ ਓਵਰਆਲ ਟਰਾਫੀ ਮਿਲੂ। ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਪਰਫਾਰਮੈਂਸ ਸੀ ਉਹ ਬਹੁਤ ਸ਼ਾਨਦਾਰ ਰਹੀ ਕਾਫੀ ਵਰੇ, ਪਰ ਪਿਛਲੇ ਕਾਫੀ ਸਮਿਆਂ ਤੋਂ ਪੰਜਾਬੀ ਯੂਨੀਵਰਸਿਟੀ ਉਸ ਦੇ ਵਿੱਚ ਲੈਕ ਕਰ ਰਹੀ ਆ। ਤੇ ਹੁਣ ਜਿਹੜੀ ਯੂਨੀਵਰਸਿਟੀ ਅੱਗੇ ਆ ਰਹੀ ਆ ਉਹ ਆ ਇੱਕ ਪ੍ਰਾਈਵੇਟ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। ਕਾਰਨ ਕਿਉਂਕਿ ਜਿਹੜੇ ਰਾਜ ਕੁਮਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਹੁੰਦੇ ਸੀ ਸਪੋਰਟਸ ਦੇ, ਉਹ ਉਹਨਾਂ ਨੇ ਬਹੁਤ ਵੱਡੀ ਰਕਮ ਦੇ ਕੇ ਹੁਣ ਉਧਰ ਉਹਨੂੰ ਲੈ ਗਏ ਨੇ। ਉਹ ਉੱਥੇ ਸਹੂਲਤਾਂ ਵੀ ਜ਼ਿਆਦਾ ਨੇ। ਇਸ ਵਾਰ ਬਹੁਤ ਸਾਰੇ ਜਿਹੜੇ ਓਲੰਪਿਕ ਖੇਡਣ ਗਏ ਆ ਉਹ LPU ਦਾ ਪ੍ਰੋਡਕਟ ਨੇ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਪ੍ਰੋਡਕਟ ਨੇ। ਇਦਾਂ ਹੀ ਹੋਰ ਵੀ ਬਹੁਤ ਸਾਰੇ ਨੁਕਤੇ ਆ ਜਿਨ੍ਹਾਂ ਤੇ ਜਿਸ ਤਰ੍ਹਾਂ ਦੱਸਿਆ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ। ਹੋਰ ਆਪਾਂ ਉਹਨਾਂ ਦੀ ਨਿਸ਼ਾਨਦੇਹੀ ਕਰ ਸਕਦੇ ਹਾਂ। ਇਹਦੇ ਵਿੱਚ ਜਸਵੀਰ ਸਿੰਘ ਜੀ, ਇਹ ਵੀ ਮੈਨੂੰ ਲੱਗ ਰਿਹਾ ਕਿ ਜਿਹੜੀ ਸੈਂਟਰ ਸਰਕਾਰ ਆ ਉਸ ਦੀ, ਕਿਉਂਕਿ ਉਹਨਾਂ ਨੇ ਫੰਡ UGC ਜਿਹੜੀ ਗ੍ਰਾਂਟ ਕਮਿਸ਼ਨ ਹੁੰਦਾ ਉਹਨਾਂ ਨੇ ਵੀ ਫੰਡ ਮੁਹੱਈਆ ਕਰਾਉਣੇ ਹੁੰਦੇ ਆ, ਪੰਜਾਬ ਸਰਕਾਰ ਨੇ ਉਹ 'ਚ ਕੋਈ ਹਿੱਸਾ ਪਾਉਣਾ ਹੁੰਦਾ। ਉਹਨਾਂ ਦੀ ਜਿਹੜੀ ਪੂਰੀ ਕੇਂਦਰ ਸਰਕਾਰ ਦੀ ਜਿਹੜੀ ਸਿੱਖਿਆ ਨੀਤੀ ਆ ਉਹ ਉਹਨਾਂ ਦੀ ਦਬਾਉਣ ਦੇ ਉੱਤੇ ਆ, ਕਿਉਂਕਿ ਇਹਨਾਂ ਨੂੰ ਜਿਸ ਤਰ੍ਹਾਂ ਦੱਸਿਆ ਪ੍ਰਾਈਵੇਟ ਲੋਕਾਂ ਦੇ ਹੱਥਾਂ ਦੇ ਵਿੱਚ ਐਜੂਕੇਸ਼ਨ ਨੂੰ ਸਿੱਟਿਆ ਜਾਵੇ ਤੇ ਜਿਹੜੀ ਜ਼ਮੀਨ ਆ, ਜਿਹੜੀ ਸਰਕਾਰੀ ਜ਼ਮੀਨ ਆ ਉਸ ਨੂੰ ਦੱਬਿਆ ਜਾਵੇ। ਤੇ ਯੂਨੀਵਰਸਿਟੀ ਦੀ ਜਿਹੜੀ ਇਹ ਅਪਰੋਚ ਉਹਨਾਂ ਨੇ JNU ਦੇ ਵਿੱਚ ਰੱਖੀ ਤੇ ਉਹੀ ਅਪਰੋਚ ਉਹਨੂੰ ਇੱਥੇ ਰੱਖ ਰਿਹਾ, ਕਿਉਂਕਿ ਯੂਨੀਵਰਸਿਟੀ ਆਟੋਨੋਮਸ ਹੁੰਦੀ ਆ, ਉਹ ਇੱਕ ਖੁਦ ਮੁਖਤਿਆਰ ਹੁੰਦੀ ਆ। ਉੱਥੇ ਖੜਕੂ ਲਹਿਰ ਦੇ ਸਮੇਂ ਵੀ ਪੁਲਿਸ ਐਂਟਰ ਨਹੀਂ ਸੀ ਕਰ ਸਕਦੀ ਯੂਨੀਵਰਸਿਟੀ ਦੀ ਆਟੋਨੋਮੀ ਹੁੰਦੀ ਹੈ, ਜਿੰਨੇ ਚਿਰ BC ਦੇ ਸਾਈਨ ਨਹੀਂ ਹੁੰਦੇ ਪੁਲਿਸ ਐਂਟਰ ਨਹੀਂ ਕਰ ਸਕਦੀ। ਤੋ ਖੈਰ ਕਦੇ ਫਿਊਚਰ ਦੇ ਵਿੱਚ ਆਪਾਂ ਇਹਨੂੰ ਹੋਰ ਡਿਟੇਲ ਦੇ ਵਿੱਚ ਇਸ ਦੇ ਉੱਤੇ ਚਰਚਾ ਕਰਾਂਗੇ। ਹੁਣ ਆਪਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪਣਾ ਗੱਠਜੋੜ ਦੇ ਤਰਲੇ ਜੇ ਮਾਰਦੇ ਫਿਰਦੇ ਆ, ਕਦੇ ਇੱਧਰ ਕਦੇ ਇੱਧਰ। ਅਕਾਲੀ ਦਲ ਜਿਹੜਾ ਉਹਨਾਂ ਦਾ ਸੰਯੁਕਤ ਯੂਨਾਈਟਿਡ ਆ। ਕੀ ਲੱਗਦਾ ਤੁਹਾਨੂੰ ਕਿ ਅਕਾਲੀ ਦਲ ਦੀ ਜਿਸ ਗੱਲ ਨੂੰ ਉਹ ਲੈ ਕੇ ਤੁਰੇ ਆ ਕਿ ਅਸੀਂ ਸੱਚਾ ਸੁੱਚਾ ਅਕਾਲੀ ਦਲ ਲਿਆਵਾਂਗੇ, ਜਿਹੜਾ ਕਸ਼ਹਿਰੇ ਦੇ ਉੱਤੇ, ਮੋਢੇ ਦੇ ਉੱਤੇ ਕਸ਼ਹਿਰਾ ਤੇ ਹੱਥ ਦੇ ਵਿੱਚ ਕਿਰਪਾਨ ਵਾਲੇ ਅਕਾਲੀ ਦਲ ਹੁੰਦਾ ਸੀ, ਕਿ ਉਹਦੇ ਉਹ ਨੇੜੇ ਤੇੜੇ ਪਹੁੰਚਣਗੇ ਜਾਂ ਫਿਰ ਇਹ ਇੱਕ ਸਿਰਫ ਭੁਲੇਖਾ ਹੀ ਆ? ਵੋਟਾਂ ਨੇੜੇ ਆਉਂਦੀਆਂ ਦੇਖ ਕੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਸਮਰਾ ਸਾਹਿਬ ਆਪਣੀਆਂ ਕੋਸ਼ਿਸ਼ਾਂ ਕਰਦੀਆਂ, ਉਹ ਚਾਹੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਸੀਨੀਅਰ ਅਕਾਲੀ ਬਾਦਲ ਦਲ ਦੇ ਲੀਡਰ ਜਿਹੜੇ ਰਹੇ ਆ, ਔਰ ਉਹਨਾਂ ਸਮਿਆਂ 'ਚ ਵੀ ਉਹ ਅਕਾਲੀ ਦਲ ਬਾਦਲ ਦੇ ਜਿਹੜੇ ਵਫਾਦਾਰ ਲੀਡਰ ਰਹੇ ਆ, ਜਿਨ੍ਹਾਂ ਸਮਿਆਂ ਦੇ ਵਿੱਚ ਅਕਾਲੀ ਦਲ ਬਾਦਲ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਜਿਹੜੇ ਆ ਉਹ ਲੱਗਦੇ ਰਹੇ ਆ। ਬਹਿਬਲ ਕਲਾਂ ਗੋਲੀਕਾਂਡ ਸਮੇਂ ਵੀ ਢੀਂਡਸਾ ਸਾਹਿਬ ਇਸੇ ਪਾਰਟੀ ਸੀ, ਜਦੋਂ ਬਰਗਾੜੀ ਬੇਅਦਬੀ ਹੋਈ ਉਦੋਂ ਵੀ ਇਸੇ ਪਾਰਟੀ ਸੀ, ਜਦੋਂ ਬਹੁਤ ਸਾਰੇ ਸਿੱਖ ਨੌਜਵਾਨਾਂ ਦੇ ਕਾਤਲ ਮੰਨੇ ਜਾਂਦੇ ਸੁਮੇਧ ਸੈਣੀ ਨੂੰ DGP ਲਾਇਆ ਗਿਆ ਉਦੋਂ ਵੀ ਢੀਂਡਸਾ ਸਾਹਿਬ ਇਸੇ ਪਾਰਟੀ ਸੀ। ਔਰ ਉਦੋਂ ਇਹਨਾਂ ਦੇ ਸਾਥੀ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚੋਂ ਇਕੱਠੇ ਹੋ ਕੇ ਬਗਾਵਤ ਕੀਤੀ, ਉਹ ਸੇਵਾ ਸਿੰਘ ਸੇਖਵਾ ਹੋਣ, ਉਹ ਬ੍ਰਹਮਪੁਰਾ ਹੋ, ਉਹ ਸਾਰੇ ਜਿਹੜੇ ਆ ਇਸੇ ਪਾਰਟੀ ਸੀ। ਤਾਂ ਹੁਣ ਗੱਲ ਇਹ ਆ ਜਾਂਦੀ ਹੈ ਵੀ ਅੱਜ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹਦੇ 'ਚ ਕਿੰਨੀ ਇਮਾਨਦਾਰੀ ਹੈ। ਦੋ ਗੱਲਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜ਼ਰੂਰ ਦੇਖਣੀ ਪਊਗੀ। ਇਹ ਕਹਿੰਦੇ ਵੀ ਇੱਕ ਵਾਰੀ ਮੌਕਾ ਦੇ ਦਿਓ, ਪਰ ਇਹ ਦੇਖੋ ਵੀ ਜਿਹੜੇ ਪਹਿਲਾਂ ਮੌਕੇ ਦਿੱਤੇ ਹੋਏ ਆ ਉਹਨਾਂ ਦੇ ਵਿੱਚ ਇਹ ਜਿਹੜੇ ਕੁਝ ਸ਼ਖਸੀਅਤਾਂ ਨੇ, ਕੁਝ ਲੋਕ ਨੇ ਜਿਨ੍ਹਾਂ ਦੇ ਵਿੱਚ ਢੀਂਡਸਾ ਸਾਹਿਬ ਜਿਨ੍ਹਾਂ ਨੇ ਕੱਲ੍ਹ ਹੀ ਜਿਹੜਾ ਇੱਕ ਵੱਡਾ ਫਿਰ ਉਹ ਰਲਗੱਡ ਕੀਤਾ ਹੈਗਾ, ਕੁਝ ਹੋਰ ਛੋਟੀਆਂ ਜਾਂ ਹੋਰ ਧਿਰਾਂ ਨੂੰ ਜਿਹੜਾ ਇਕੱਠੇ ਰਲਾ ਕੇ ਇਹ ਦਾਅਵਾ ਕੀਤਾ ਵੀ ਅਸੀਂ ਇੱਕ ਵੱਡੀ ਧਿਰ, ਤੀਜੀ ਧਿਰ ਲੈ ਕੇ ਆਵਾਂਗੇ, ਉਹਨੂੰ ਪੰਜਾਬ ਦੇ ਵਿੱਚ ਕਾਬਜ ਹੋਊਗੀ। ਔਰ ਜਿੱਦਾਂ ਤੁਸੀਂ ਕਿਹਾ ਵੀ ਅਕਾਲੀ ਦਲ ਜਿਹਦਾ ਬੜਾ ਸੁਨਹਿਰੀ ਇਤਿਹਾਸ ਰਿਹਾ, ਮੋਢੇ ਤੇ ਕਸ਼ਹਿਰਾ ਤੇ ਹੱਥ 'ਚ ਬਰਸ਼ਾ, ਇਸ ਤਰ੍ਹਾਂ ਦੇ ਵੀ ਜਿਹੜੇ ਆਗੂ ਰਹੇ ਅਕਾਲੀ ਦਲ ਦੇ ਵਿੱਚ, ਪਰ ਉਹ ਗੱਲਾਂ ਹੀ ਹੈ। ਇਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਉਹ ਗੱਲਾਂ ਤਾਂ ਕਹਿ ਸਕਦੇ ਹਾਂ ਅਸੀਂ ਕਿ ਬੀਤੇ ਦਿਨੀ ਇਹਨਾਂ ਨੇ ਬਰਗਾੜੀ ਦੇ ਵਿੱਚ ਇਕੱਠ ਕੀਤਾ। ਬਰਗਾੜੀ ਦੇ ਵਿੱਚ 1 ਜੁਲਾਈ ਨੂੰ ਇਕੱਠ ਹੋਇਆ, ਜਿੱਥੇ ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ, ਬਹੁਤ ਸਾਰੇ ਕੁਝ ਹੋਰ ਜਿਹੜੇ ਕੁਝ ਧਾਰਮਿਕ ਜਿਹੜੇ ਕਿ ਪਾਰਟੀਆਂ ਦੇ ਲੀਡਰ ਉਹ ਵੀ ਇਹਨਾਂ ਦੇ ਨਾਲ ਆਏ। ਔਰ ਉੱਥੇ ਇਹਨਾਂ ਨੇ ਪੂਰਾ ਤਾਮਾ ਝਾਮਾ ਇਕੱਠਾ ਕਰਕੇ ਕਿਹਾ ਵੀ ਸਾਨੂੰ, ਉਹਨਾਂ ਨੇ ਸਾਡੇ ਪਰਸਨਲ, ਮੈਨੂੰ ਯਾਦ ਆ ਸੀ 1 to 1 ਕੀਤਾ ਇੰਟਰਵਿਊ, ਕਹਿੰਦੇ ਵੀ ਸਾਨੂੰ ਭਾਰਤੀ ਅਦਾਲਤਾਂ ਤੇ ਯਕੀਨ ਨਹੀਂ ਰਿਹਾ। ਵੇਖੋ ਕਿੱਡੀ ਵੱਡੀ ਉਹਨਾਂ ਨੇ ਗੱਲ ਕਹੀ ਆ, ਕਹਿੰਦੇ ਸਾਨੂੰ ਭਾਰਤੀ ਅਦਾਲਤਾਂ ਤੇ ਯਕੀਨ ਨਹੀਂ ਹੈਗਾ, ਹੁਣ ਪ੍ਰਮਾਤਮਾ ਹੀ ਫੈਸਲਾ ਕਰੂਗਾ। ਮੈਂ ਕਿਹਾ ਵਾਹ ਜੀ ਵਾਹ, ਇਹ ਤਾਂ ਬੜੀ ਗੁਰਸਿੱਖੀ ਵਾਲੀ ਗੱਲ ਆ, ਇਹ ਤਾਂ ਬੜੀ ਨਿਮਰਤਾ ਵਾਲੀ ਗੱਲ ਆ। ਪਰ ਜਦੋਂ ਅਸੀਂ ਉਦੋਂ 2 ਸਾਲ ਪਹਿਲਾਂ, 4 ਸਾਲ ਪਹਿਲਾਂ ਵੇਖਦੇ ਆ, ਉਦੋਂ ਇਹੀ ਭਾਰਤੀ ਅਦਾਲਤਾਂ ਦਾ ਹਵਾਲਾ ਦੇ ਕੇ ਜਿਹੜਾ ਹੈਗਾ ਵੱਡੀਆਂ ਜਿਹੜੀਆਂ ਕਿ ਗੱਲਾਂ ਬਾਤਾਂ ਕਰਦੇ ਰਹੇ, ਵੇਖੋ ਜੀ ਅਸੀਂ ਅਦਾਲਤ 'ਚ ਜਾਵਾਂਗੇ, ਅਸੀਂ ਇਹ ਕਰਾਂਗੇ, ਜੋ ਕਰਾਂਗੇ। ਤਾਂ ਲੋਕ ਜਿਹੜੇ ਹੁਣ ਅੱਕ ਚੁੱਕੇ ਆ, ਉਹ ਅਦਾਲਤੀ ਢਾਂਚੇ ਤੋਂ ਅੱਕ ਚੁੱਕੇ ਆ, ਉਹ ਭਾਰਤੀ ਸਿਸਟਮ ਤੋਂ ਇਸ ਕਦਰ ਅੱਕ ਚੁੱਕੇ ਆ ਵੀ ਉਹ ਹੁਣ ਕੋਈ ਵਾਰਦਾਤ ਹੋ ਵੀ ਜਾਵੇ, ਅਗਲਾ ਕਹਿੰਦਾ ਵੀ
ਇਹਨੂੰ ਪੰਚਾਇਤ 'ਚ ਹੀ ਬਹਿ ਕੇ ਕਿਤੇ ਗੁਰੂ ਘਰ ਕਮੇਟੀ ਕੋਲ ਬਹਿ ਕੇ ਕਿਤੇ ਫੈਸਲਾ ਕਰ ਲਓ, ਉਹਨਾਂ ਨੇ ਤਾਂ ਉੱਥੇ ਭਾਈ ਪੈਸੇ ਦੇ ਕੇ ਛੱਡ ਹੀ ਦੇਣਾ। ਕੋਈ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਆ, ਜੇ ਨਹੀਂ ਛੱਡਣਾ ਤਾਂ ਹੋ ਸਕਦਾ ਉਦੋਂ ਨੂੰ ਬੰਦਾ ਮਰ ਜੇ ਜਦੋਂ ਨੂੰ ਉਹਨਾਂ ਨੇ ਹਜੇ ਚਲਾਨ ਵੀ ਨਹੀਂ ਪੇਸ਼ ਕਰਨਾ। ਜਿੱਦਾਂ ਬਰਗਾੜੀ ਬੇਅਦਬੀ ਕਾਂਡ ਆ 2015 ਦੇ ਵਿੱਚ ਸਤੰਬਰ ਅਗਸਤ ਦੇ ਵਿੱਚ ਬੇਅਦਬੀ ਹੁੰਦੀ ਹੈ, 2 ਘਟਨਾਵਾਂ ਸਾਂਝੀਆਂ ਹੈ। ਬਰਗਾੜੀ 'ਚ ਬੇਅਦਬੀ ਹੁੰਦੀ ਆ ਅਗਸਤ ਸਤੰਬਰ ਦੇ ਵਿੱਚ, 1 ਜੁਲਾਈ ਸਰੂਪ ਚੋਰੀ ਹੁੰਦਾ, ਫਿਰ ਬਰਗਾੜੀ ਦੇ ਵਿੱਚ ਸੁੱਟਿਆ ਜਿਹੜਾ ਅੰਗ ਗੁਰੂ ਮਹਾਰਾਜ ਦੇ ਖਿਲਾਰੇ ਜਾਂਦੇ ਆ। ਇੱਕ ਪਾਸੇ ਇਹ ਘਟਨਾ, ਇੱਕ ਪਾਸੇ ਪਿੰਡ ਘਵੱਦੀ ਲੁਧਿਆਣੇ ਦੇ ਕੋਲੇ ਉਹ ਸਤੰਬਰ ਦੇ ਵਿੱਚ ਇੱਕ ਬੇਅਦਬੀ ਹੋਈ ਸੀ। ਉੱਥੇ 2 ਨੌਜਵਾਨ ਜਸਪ੍ਰੀਤ ਸਿੰਘ ਔਰ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨਿਹੰਗ ਸਿੰਘ, ਉੱਥੇ ਉਹਨਾਂ ਨੇ ਉਹ ਜਿਹੜਾ ਕਿ ਉਹਨਾਂ ਤੇ ਇਲਜ਼ਾਮ ਆ ਵੀ ਇਹਨੇ ਉਹ ਜਿਹੜੀ ਦੋਸ਼ੀ ਔਰਤ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੀ, ਉਹਨੂੰ ਗੋਲੀ ਮਾਰੀ, ਉਹਦਾ ਕਤਲ ਕੀਤਾ। ਉਹਨਾਂ ਨੌਜਵਾਨਾਂ ਨੂੰ ਇੰਨੇ ਸਮੇਂ ਦੇ ਵਿੱਚ ਚਲਾਨ ਪੇਸ਼ ਕਰਕੇ ਸਾਰਾ ਕੇਸ ਪ੍ਰੋਸੈਸ ਕਰਕੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਤੀ ਹੈ 2021 ਤੱਕ। ਔਰ ਬਰਗਾੜੀ ਕਾਂਡ ਦੇ ਵਿੱਚ ਅਜੇ ਤੱਕ ਵਾਅਦੇ ਕੀਤੇ ਜਾ ਰਹੇ ਜੀ, ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ ਜੀ, ਅਸੀਂ ਵਾਅਦਾ ਕਰਦੇ ਹਾਂ ਜੀ। ਕੋਈ ਗੁਟਕਾ ਸਾਹਿਬ ਦੀ ਸਹੁੰ ਖਾ ਰਿਹਾ, ਕੋਈ ਗੁਰਦੁਆਰਾ ਸਾਹਿਬ ਦੀ ਖਾ ਰਿਹਾ, ਕੋਈ ਮੰਦਿਰ ਦੀ, ਕੋਈ ਮਸਜਿਦ ਦੀ। ਇਹ ਖੇਡ ਹੈ। ਇੱਥੋਂ ਇਹ ਸਪਸ਼ਟ ਹੋ ਜਾਂਦੀ ਗੱਲ ਵੀ ਲੋਕਾਂ ਦਾ ਭਰੋਸਾ ਕਿਵੇਂ ਰਹੇ ਔਰ ਸਿੱਖਾਂ ਦਾ ਭਰੋਸਾ ਇਹਨਾਂ ਅਦਾਲਤਾਂ ਤੇ ਕਿਵੇਂ ਰਹੇ। ਇੱਕ ਪਾਸੇ ਬਰਾਬਰ ਤੇ ਬੇਅਦਬੀ ਦੀ ਘਟਨਾ ਘਵੱਦੀ ਲੁਧਿਆਣਾ ਦੀ ਹੈ, ਉਹ ਬੇਅਦਬੀ ਕਰਨ ਵਾਲੀ ਔਰਤ ਨੂੰ ਉਹਨਾਂ ਨੌਜਵਾਨਾਂ ਨੇ ਮਾਰਤਾ, ਇਹ ਇਲਜ਼ਾਮ ਹੈ, ਇਹਦੇ ਅਧੀਨ ਉਹਨਾਂ ਨੂੰ ਸਜ਼ਾ ਉਮਰ ਕੈਦ ਦੀ ਹੋ ਗਈ ਹੈ। ਠੀਕ ਹੈ ਜੀ। ਔਰ ਇੱਕ ਪਾਸੇ ਬਰਗਾੜੀ ਕਾਂਡ ਹੈ, ਉਹ ਕਿੰਨੀਆਂ ਬੇਅਦਬੀਆਂ ਹੋਈਆਂ ਇਸ ਇਲਾਕੇ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਵੀ ਦੋਸ਼ੀ ਦਾ ਜਿਹੜਾ ਪ੍ਰੋਪਰ ਅਜੇ ਤੱਕ ਜਿਹੜਾ ਉਹ ਕੇਸ ਦੀ ਪੈਰਵਾਈ ਵੀ ਨਹੀਂ ਚੱਲੀ। ਫੜਦੇ ਛੱਡ ਦਿੰਦੇ, ਫੜਦੇ ਛੱਡ ਦਿੰਦੇ, ਉਦੋਂ ਨੂੰ ਫਿਰ ਉਹ ਜਿਹੜੀ SIT ਬਣੀ ਆ ਉਹੀ ਭੰਗ ਕਰ ਦਿੰਦੇ ਆ। ਤਾਂ ਇਸ ਢਾਂਚੇ ਦੇ ਵਿੱਚ ਫਿਰ ਸੁਖਦੇਵ ਸਿੰਘ ਢੀਂਡਸਾ ਹੋਣ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ ਹੋਣ, ਜਿਹੜੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਹੜੇ ਆਪਣਾ ਆਪ ਜਿਹੜਾ ਉਹ ਛਵੀ ਜਿਹੜੀ ਖਰਾਬ ਕਰ ਚੁੱਕੇ ਆ। ਔਰ ਇੱਥੇ ਫਿਰ ਢੀਂਡਸਾ ਸਾਹਿਬ ਨੇ ਸੋਚਿਆ ਵੀ ਜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਤੀਆਂ ਸੀ ਗੁਟਕਾ ਸਾਹਿਬ ਦੀ ਸਹੁੰ ਤੇ, ਮੈਂ ਵੀ ਕਹਿ ਦਿੰਦਾ ਭਾਈ ਮੈਨੂੰ ਅਦਾਲਤਾਂ ਤੇ ਯਕੀਨ ਨਹੀਂ, ਕਿਉਂਕਿ ਲੋਕ ਤਾਂ ਮੰਨਦੇ, ਪਰ ਹੁਣ ਅਦਾਲਤਾਂ ਤੇ ਸਾਨੂੰ ਯਕੀਨ ਐਸਾ ਵੈਸਾ ਹੀ ਰਿਹਾ। ਜਿਹੜੀਆਂ ਅਦਾਲਤਾਂ 5 ਸਾਲਾਂ 'ਚ ਸਿੱਖਾਂ ਦੇ ਜਿਹੜੇ ਹੈਗੇ ਆ ਦੋਸ਼ੀ, ਸਿੱਖਾਂ ਦੇ ਮੁਲਜ਼ਮ ਹੈ, ਗੁਰੂ ਨਿੰਦਕ ਆ, ਉਹਨਾਂ ਨੇ ਤਾਂ ਜੀ ਚਲਾਨ ਨਹੀਂ ਪੇਸ਼ ਕਰ ਸਕੀਆਂ ਔਰ ਸਿੱਖਾਂ ਦੇ ਬੱਚਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਤੀ ਹੈ। ਇਹ ਬਤੌਰ ਇੱਕ ਸਿੱਖ ਪਰਿਵਾਰ ਲੋਕਾਂ ਦਾ ਇਲਜ਼ਾਮ ਹੈ। ਤਾਂ ਢੀਂਡਸਾ ਸਾਹਿਬ ਦਾ ਜਿਹੜਾ ਇਹ ਰਲਗੱਡ ਏਜੰਟ 'ਚ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਹੈ, ਭੀ ਮਾਰਬੀ ਹੈ, ਸ਼੍ਰੋਮਣੀ ਅਕਾਲੀ ਦਲ ਕਿਰਤੀ ਹੈ, ਜਨਤਾ ਦਲ ਸੈਕੂਲਰ ਹੈ, ਦੇਵਗੌੜਾ ਜਿਹੜਾ ਪਾਰਟੀ ਹੈਗੀ ਹੈ, ਜਨਤਾ ਦਲ ਯੂਨਾਈਟਿਡ ਹੈ, ਇੰਡੀਅਨ ਯੂਨੀਅਨ ਮੁਸਲਿਮ ਲੀਗ ਹੈ। ਇਹ ਹੈ ਤਾਂ ਸਾਰੀਆਂ ਪਾਰਟੀਆਂ ਆਪਣੇ ਆਪਣੇ ਪੱਧਰ ਤੇ ਚੰਗਾ ਕੰਮ ਕਰਦੀਆਂ, ਇਮਾਨਦਾਰ ਵੀ ਲੋਕ ਹੋਣਗੇ, ਲੋਕਾਂ ਦੀ ਗੱਲਬਾਤ ਬਾਹ ਵੀ ਫੜਦੇ ਹੋਣਗੇ। ਪਰ ਕਹਾਣੀ ਇਹ ਆ ਵੀ ਵੋਟਾਂ ਤੋਂ 4-5 ਮਹੀਨੇ ਪਹਿਲਾਂ ਹੀ ਕਿਉਂ ਇਕੱਠੇ ਹੁੰਦੇ ਆ। ਇਹ ਵੱਡੀ ਕਹਾਣੀ ਹੈ। ਜਦੋਂ ਵੋਟਾਂ ਤੋਂ ਬਾਅਦ ਇਹਨਾਂ ਨੂੰ ਵਜ਼ੀਰੀਆਂ ਮਿਲ ਜਾਂਦੀਆਂ, ਕੁਝ ਅਹੁਦੇ ਮਿਲ ਜਾਂਦੇ ਆ, ਤਾਂ ਲੋਕ ਕਹਿੰਦੇ ਭਾਈ ਉਦੋਂ ਕਿੱਥੇ ਰਹਿੰਦੇ ਹੋ। ਢੀਂਡਸਾ ਸਾਹਿਬ ਬਾਕੀ ਕੁਝ ਵੱਡੇ ਲੀਡਰਾਂ ਨਾਲੋਂ ਚਲੋ ਇਮਾਨਦਾਰ ਲੋਕ ਉਹਨਾਂ ਨੂੰ ਕਹਿੰਦੇ ਆ, ਤਾਂ ਪਰ ਅਸਲ 'ਚ ਇਮਾਨਦਾਰੀ ਉਹ ਹੈ ਵੀ ਜਿਸ ਕਾਜ਼ ਦੇ ਵਾਸਤੇ, ਜਿਸ ਕੰਮ ਦੇ ਵਾਸਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਉਹ ਤੁਸੀਂ ਕੀ ਕੀਤਾ। ਉਹ ਹੁਣ ਲੋਕ ਸਵਾਲ ਕਰਨਗੇ। ਕਈ ਥਾਈਂ ਤਾਂ ਪਿੰਡਾਂ 'ਚ ਲੋਕਾਂ ਨੇ ਬੋਰਡ ਲਾ ਲਏ ਆ, ਸਾਰੀਆਂ ਇਹਨਾਂ ਜਿਹੜੀਆਂ ਸਿਆਸੀ ਪੁਰਾਣੀਆਂ ਰਵਾਇਤੀ ਪਾਰਟੀਆਂ ਵੀ ਔਰ ਜਿਹੜੇ ਨਵੇਂ ਦਿੱਲੀ 'ਚ ਉਤਰੇ ਆ ਉਹਨਾਂ ਦੇ ਵੀ ਵਿੱਚ ਸਾਰਿਆਂ ਦੇ ਵਿੱਚ ਲੋਗੋ ਲਾ ਲਏ ਭਈ ਆ ਜਾਓ ਤੁਹਾਨੂੰ ਦੇਵਾਂਗੇ ਪ੍ਰਸ਼ਾਦ। ਇਸ ਤਰ੍ਹਾਂ ਹੁਣ ਲੋਕ ਤਿਆਰੀ 'ਚ ਬੈਠੇ ਆ। ਇਹ ਵੇਖਣਾ ਹੋਊਗਾ ਵੀ ਇਸ ਵਾਰ ਇਹ ਸਿਆਸੀ ਪਾਰਟੀਆਂ ਲੋਕਾਂ ਦਾ ਭਰੋਸਾ ਜਿੱਤਦੀਆਂ ਕਿਵੇਂ ਆ। ਜਿੱਤਣਾ ਇਹਨਾਂ 'ਚੋਂ ਹੀ ਇੱਕ ਨੇ। ਇਹ ਵੀ ਹੋ ਸਕਦਾ ਕੋਈ ਬਹੁਮਤ ਨਾ ਲਵੇ, ਕੋਈ ਇਹਨੂੰ ਹੇਰ ਫੇਰ ਕਰਕੇ ਜਿੱਤ ਜੇ, ਪਰ ਇਹ ਵੀ ਸਪਸ਼ਟ ਹੈ ਵੀ ਸਵਾਲ ਜਿਹੜੇ ਆ ਉਹ ਅਸੀਂ ਲਗਾਤਾਰ ਕਰਦੇ ਰਹਾਂਗੇ ਔਰ ਲੋਕ ਵੀ ਕਰਦੇ ਰਹਿਣਗੇ। ਪਤਾ ਸਭ ਨੂੰ ਆ। ਕਹਾਣੀ ਇਹ ਹੈ ਵੀ ਹੁਣ ਉੱਤਰ ਕਾਹ ਤੋਂ ਮੈਂ ਚੜਾਂ, ਇਹਨਾਂ ਨੂੰ ਲੱਗਿਆ ਵੀ ਚਲੋ ਹੁਣ ਸ਼ਾਇਦ ਕੈਪਟਨ ਸਾਹਿਬ ਕਾਂਗਰਸ ਤੇ ਆਪਣਾ ਕੁਝ ਕਲੇਸ਼ ਹੈ, ਉਹ 5-6 ਧਿਰਾਂ ਹੈਗੀਆਂ ਔਰ ਅਕਾਲੀ ਦਲ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਲੱਗ ਚੁੱਕੇ ਆ, ਉਹ ਕਦੇ ਬਸਪਾ ਦੀ ਬਾਹ ਫੜਦੇ ਆ। ਹੁਣ ਤਾਂ ਸਾਰੇ ਤਰਲੋ ਮੱਛੀ ਉਸੇ ਕੰਮ ਨੂੰ ਹੋ ਰਿਹਾ, ਸਿਰਫ ਪੰਜਾਬ ਦੀ ਸੱਤਾ ਤੇ ਕਬਜ਼ਾ ਕਰਨ ਦੇ ਵਾਸਤੇ। ਜੇ ਸੱਚਮੁੱਚ ਇਮਾਨਦਾਰ ਆ ਤਾਂ ਫਿਰ ਰਾਹ ਹੋਰ ਹੋ ਸਕਦਾ। ਜ਼ਰੂਰੀ ਨਹੀਂ ਵੀ ਤੁਸੀਂ ਬਤੌਰ ਮੁੱਖ ਮੰਤਰੀ ਬਣ ਕੇ ਤੁਸੀਂ ਰਾਹ ਕਰ ਸਕਦੇ ਹੋ। ਸਾਰੀ ਉਮਰ ਢੀਂਡਸਾ ਸਾਹਿਬ ਨੇ ਇਸੇ ਪਾਰਟੀਆਂ ਦੇ ਵਿੱਚ ਕੱਢੀ ਹੈ। ਦੱਸੋ ਕੋਈ ਵੱਖਰਾ ਕੰਮ ਕੌਮੀ ਕਾਰਜ ਕਿਹੜਾ ਕੀਤਾ। ਇਹਨਾਂ ਦੇ ਜਿਹੜਾ ਬੇਟੇ ਪਰਮਿੰਦਰ ਸਿੰਘ ਢੀਂਡਸਾ ਵੀ ਇਹਨਾਂ ਪਾਰਟੀਆਂ 'ਚ ਰਹੇ ਆ। ਲੋਕ ਕਹਿੰਦੇ ਆ ਭਾਈ ਸਾਰੀ ਉਮਰ ਤੁਸੀਂ ਉਸੇ ਪਾਰਟੀ 'ਚ ਰਹੇ ਹੋ ਜਿਹਨੂੰ ਅੱਜ ਤੁਸੀਂ ਉਂਗਲਾਂ ਕਰਦੇ ਹੋ, ਉਦੋਂ ਤੁਸੀਂ ਕਿਉਂ ਨਹੀਂ ਬੋਲੇ। ਅੱਡ ਤਾਂ ਇਹ ਆ ਵੀ ਹੁਣ ਪੱਲੇ ਨਹੀਂ ਹੈਗਾ ਕੁਛ, ਹੱਥ ਵੱਸ ਹੁਣ ਉਹ ਕਹਿੰਦੇ ਵੀ ਅਸੀਂ ਤਾਂ ਲਾਉਣੇ ਨਹੀਂ ਵਾਪਸ, ਫਿਰ ਇਹ ਹੁਣ ਨਵਾਂ ਆਪਦਾ ਤੀਜਾ ਫਰੰਟ ਬਣਾਉਂਦੇ ਫਿਰਦੇ ਆ ਜੀ। ਵਧਦੇ ਆਪਾਂ ਅਗਲੀ ਖਬਰ ਦੇ ਵੱਲ। ਸੁਮੇਧ ਸੈਣੀ, ਜਿਸ ਦੇ ਬਾਰੇ ਅਕਸਰ ਹੀ ਜਿਹੜਾ ਭਾਰਤੀ ਨਿਆਂ ਪ੍ਰਬੰਧ ਆ ਉਹ ਪਖੰਡ ਕਰਦਾ ਰਹਿੰਦਾ, ਕਦੇ ਮਰ ਚੜੀਏ ਕਦੇ ਜਿਉਂ ਚੜੀਏ, ਉਹਦੀ ਫੇਰ ਹੁਣ ਜ਼ਮਾਨਤ ਮਨਜ਼ੂਰ ਕਰ ਲਈ ਆ। ਸੁਮੇਧ ਸੈਣੀ ਦੇ ਉੱਤੇ ਜਿੰਨੇ ਮਰਜ਼ੀ ਕੇਸ ਗਿਣ ਲਓ, ਕੇਸ ਮੁੱਕਣ ਦੀ ਗੱਲ ਹੀ ਨਹੀਂ ਆਉਂਦੀ। ਇਹ ਉਹਨਾਂ ਕੇਸਾਂ ਦੀ ਗੱਲ ਕਰ ਰਹੇ ਆ ਜਿਹੜੇ ਦਰਜ ਨੇ, ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਦਰਜ ਹੀ ਨਹੀਂ ਹੋਏ, ਜਿਹੜੇ ਉਹਨਾਂ ਨੇ ਮੁੰਡੇ ਖਪਾਤੇ, ਉਹਨਾਂ ਦੇ ਅਸੀਂ ਜ਼ਿਕਰ ਨਹੀਂ ਕਰ ਰਹੇ ਆ ਜੀ। ਸੋ ਕੀ ਇਹਦੇ ਬਾਰੇ ਕਹਿਣਾ ਚਾਹੋਗੇ ਕਿ ਇੱਕ ਵਾਰ ਫਿਰ ਉਹਨਾਂ ਨੂੰ ਹੁਣ ਉਹਨੂੰ ਜ਼ਮਾਨਤ ਮਿਲ ਗਈ ਹੈ ਸੁਮੇਧ ਸੈਣੀ? ਬਿਲਕੁਲ। ਦੇਖੋ ਪੰਜਾਬ ਦੇ ਵਿੱਚ ਉਹ ਮਾਹੌਲ ਜਿਸ ਵਕਤ ਸੁਮੇਧ ਸੈਣੀ ਵਰਗੇ ਜਿਹੜੇ ਅਫਸਰਾਂ ਨੂੰ ਸਰਕਾਰ ਨੇ
ਜਿਹੜਾ ਖੁੱਲ੍ਹ ਦਿੱਤੀ ਹੋਈ ਸੀ ਵੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਸ਼ਿਕਾਰ ਖੇਡੋ, ਜਿਸ ਤਰ੍ਹਾਂ ਮਰਜ਼ੀ ਤੁਸੀਂ ਜਿਹੜਾ ਕਿ ਕਰੋ। ਔਰ ਉਹ ਕੇਸ ਜਿਹੜੇ 1992-91 ਦੇ ਵਿੱਚ ਦਰਜ ਹੋਏ, ਉਹ ਅੱਜ 1920-21 ਦੇ ਵਿੱਚ ਮੁੜ ਚਰਚਾ ਦੇ ਵਿੱਚ ਹੈ। ਉਹ ਚਾਹੇ ਮੁਲਤਾਨੀ ਕੇਸ ਹੈ, ਚਾਹੇ ਲੁਧਿਆਣੇ ਵਾਲਾ ਜਿਹੜਾ ਕਿ ਸੈਣੀ ਮੋਟਰ ਕੇਸ ਹੈ, ਉਹ ਚਾਹੇ ਜਿਹੜਾ ਹੈਗਾ ਇੱਕ ਹੋਰ ਇੱਕ ਹਿੰਦੂ ਪਰਿਵਾਰ ਦਾ ਕੇਸ ਹੈ। ਔਰ ਉਹ ਕੇਸ ਹੁਣ ਜਿਹੜੇ ਮੁੜ ਤੋਂ ਚਰਚਾ 'ਚ ਆਏ ਆ ਤਾਂ ਇੱਕ ਉਮੀਦ ਜਾਗੀ, ਕਿਉਂਕਿ ਬੀਤੇ ਦਿਨੀ ਅਸੀਂ ਪ੍ਰਦੀਪ ਵਿਰਕ ਜੀ ਜਿਹੜੇ ਵਕੀਲ ਹੈਗੇ ਆ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਵਿੱਚ, ਉਹਨਾਂ ਨਾਲ ਗੱਲਬਾਤ ਕੀਤੀ, ਇੰਟਰਵਿਊ ਕੀਤੀ। ਉਹ ਕਹਿੰਦੇ ਵੀ ਇਹ ਵੱਡੀ ਗੱਲ ਆ ਵੀ ਇੰਨੇ ਚਿਰ ਬਾਅਦ ਕੇਸ ਚਰਚਾ 'ਚ ਆਏ ਆ। ਔਰ ਦੂਸਰੇ ਪਾਸੇ ਹੁਣ ਉਸ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ, ਕੇਸ ਚਰਚਾ 'ਚ ਆ ਗਏ ਆ, ਮੁੜ ਤੋਂ ਗਵਾਹੀਆਂ ਜਿਹੜੀਆਂ ਹੈਗੀਆਂ ਉਹ ਹੋਣ ਦੀ ਗੱਲਬਾਤ ਚੱਲ ਰਹੀ ਆ। ਉਹ ਜਿਹੜੇ ਬਲਵੰਤ ਸਿੰਘ ਮੁਲਤਾਨੀ ਦੇ ਪਰਿਵਾਰ ਦੀ ਗਵਾਹੀ ਹੋਈ ਹੈ, ਡਾਕਟਰ ਭਗਵਾਨ ਸਿੰਘ ਦੀ ਜਿਹੜੀ ਹੈ ਉਹ ਉੱਥੇ ਗਵਾਹੀ ਹੋ ਗਈ ਆ। ਤਾਂ ਫਿਰ ਭਾਰਤੀ ਅਦਾਲਤ ਇੱਕ ਪਾਸੇ ਜਿਸ ਜਿਹੜਾ ਕਿ ਆਦਮੀ ਦੇ ਉੱਤੇ ਏਡੇ ਵੱਡੇ ਸੰਗੀਨ ਆਰੋਪ ਲੱਗ ਰਹੇ ਆ, ਏਡੇ ਵੱਡੇ ਇਲਜ਼ਾਮ ਲੱਗ ਰਹੇ ਆ, ਔਰ ਜਿਉਂਦੇ ਜਾਗਦੇ ਗਵਾਹ ਸਾਹਮਣੇ ਬੈਠੇ ਆ। ਔਰ ਇਕੱਲੇ ਇਹ ਨਹੀਂ ਵੀ ਇਕੱਲੇ ਸਿੱਖਾਂ ਦੇ ਕੇਸ ਜਿਹੜੇ ਸਾਹਮਣੇ ਆਏ ਆ, ਉਹ ਤੇ ਭ੍ਰਿਸ਼ਟਾਚਾਰੀ ਦੇ ਕੇਸ ਸਾਹਮਣੇ ਆ ਗਏ ਆ। ਪਿਛਲੇ ਦਿਨ ਈਡੀ ਦੀ ਜਾਂਚ ਹੋਈ ਆ, ਉਹਦੇ ਜਿਹੜੇ ਬੈਂਕ ਖਾਤੇ ਉਹ ਸੀਜ਼ ਕਰ ਲਏ ਗਏ ਆ, ਉਹਨਾਂ ਖਾਤਿਆਂ ਦੀ ਜਿਹੜੀ ਜਾਂਚ ਚੱਲ ਰਹੀ ਆ। ਤਾਂ ਫਿਰ ਵੀ ਉਹਨਾਂ ਨੂੰ ਅਗਾਊਂ ਜ਼ਮਾਨਤ ਦੇ ਦੇਣੀ, ਇਹ ਜਿਹੜਾ ਹੈਗਾ ਉਹ ਇੱਕ ਬੇਨਿਆਈ ਜੀ ਜਾਪਦੀ ਆ। ਔਰ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਨੇ 90 ਤੋਂ ਲੈ ਕੇ 1990 92 ਤੋਂ ਲੈ ਕੇ 91 ਤੋਂ ਲੈ ਕੇ 30 ਸਾਲ ਤੋਂ ਉੱਤੇ ਹੋ ਗਏ ਆ, ਉਦੋਂ ਤੇ ਉਡੀਕਦੇ ਰਹੇ ਵੀ ਸ਼ਾਇਦ ਭਾਰਤੀ ਅਦਾਲਤਾਂ ਇਨਸਾਫ ਕਰਨ। ਕਈ ਤਾਂ ਉਹ ਪਰਿਵਾਰ ਜਿਹੜੇ ਆ ਉਹ ਜਾਨ ਹੀ ਉਹਨਾਂ ਦੀ ਚਲੇ ਗਈ ਆ। ਤਾਂ ਇੱਥੇ ਆ ਕੇ ਜਿਹੜਾ ਫਿਰ ਇਸ ਤਰ੍ਹਾਂ ਦੇ ਫੈਸਲੇ ਹੋਣੇ ਵੀ ਅਗਾਊਂ ਜ਼ਮਾਨਤ ਮਿਲ ਜਾਣੀ। ਪਹਿਲਾਂ ਉਹਨਾਂ ਬਲਵੰਤ ਸਿੰਘ ਮੁਲਤਾਨੀ ਵਰਗੇ ਕੇਸਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਕਿ ਅਦਾਲਤੀ ਸੁਰੱਖਿਆ ਦਿੱਤੀ ਗਈ। ਹੁਣ ਇਹ ਜਿਹੜੇ ਈਡੀ ਦੀ ਜਿਹੜੀ ਰੇਡ ਪਈ ਹੈ, ਛਾਪਾ ਵੱਜਿਆ, ਇੱਧਰੋਂ ਅਦਾਲਤੀ ਸੁਰੱਖਿਆ ਦੇਣੀ। ਇੱਥੋਂ ਲੱਗਦਾ ਵੀ ਸ਼ਾਇਦ ਇਹ ਚਾਹੁੰਦੇ ਆ ਵੀ ਜਿਹੜੇ ਇਹਨਾਂ ਦੇ ਸ਼ਿਕਾਰੀ ਹੈ ਨਾ, ਜਿਨ੍ਹਾਂ ਨੇ ਉਸ ਸਮੇਂ ਸਿੱਖ ਬੱਚਿਆਂ ਦਾ ਸ਼ਿਕਾਰ ਖੇਡਿਆ, ਉਹ ਹਰ ਪੱਖ ਤੋਂ ਖੇਡਿਆ ਗਿਆ ਹੈਗਾ। ਉਹਨਾਂ ਨੇ ਸਰਕਾਰੀ ਜਿਹੜੇ ਕਿ ਵਰਦੀ ਦੇ ਵਿੱਚ ਉਹ ਆਪਣੇ ਜਿਹੜੇ ਫਰਜ਼ ਉਹ ਤਾਂ ਅਦਾ ਕੀ ਕਰਨੇ, ਬਲਕਿ ਕਈ ਗੁਣਾ ਉਹਦੇ ਖਿਲਾਫ ਚੱਲੇ ਆ। ਜਿਹੜੇ ਸੰਵਿਧਾਨ ਦੀ ਸਹੁੰ ਖਾਧੀ, ਉਹ ਸੰਵਿਧਾਨ ਨੂੰ ਵੀ ਟਿੱਚ ਜਾਣਿਆ। ਔਰ ਜਿਸ ਕੰਮ ਦੇ ਵਾਸਤੇ ਇਹਨਾਂ ਨੂੰ ਉਸ ਪਦਵੀ ਤੇ ਬਿਠਾਇਆ ਹੋਊਗਾ ਉਹਨੂੰ ਵੀ ਟਿੱਚ ਜਾਣਿਆ। ਔਰ ਉੱਥੇ ਭਾਰਤੀ ਅਦਾਲਤਾਂ ਇਹਨਾਂ ਨੂੰ ਜਿਹੜੀਆਂ ਅਗਾਊਂ ਜ਼ਮਾਨਤਾਂ ਦੇ ਰਹੀਆਂ ਨੇ। ਤਾਂ ਹੁਣ ਤੁਸੀਂ ਦੱਸੋ, ਦਰਸ਼ਕਾਂ ਨੂੰ ਵੀ ਫੈਸਲਾ ਕਰਨਾ ਚਾਹੀਦਾ ਵੀ ਇਹ ਅਦਾਲਤਾਂ ਦਾ ਕੀ ਮੂਡ ਕੀ ਹੈਗਾ। ਇੱਕ ਪਾਸੇ ਇੰਨੇ ਸਾਲਾਂ ਬਾਅਦ ਉਸ ਤਰ੍ਹਾਂ ਦੇ ਸੰਗੀਨ ਕੇਸ ਖੁੱਲ ਜਾਣੇ, ਤਾਂ ਪ੍ਰਦੀਪ ਅਰੋੜਾ ਜੀ ਦਾ ਮਾਫ ਕਰਨਾ, ਪ੍ਰਦੀਪ ਵਿਰਕ ਜੀ ਦਾ ਤਾਂ ਕਹਿਣਾ ਵੀ ਇਹ ਸਾਨੂੰ ਯਕੀਨ ਹੈ ਵੀ ਅਦਾਲਤਾਂ ਜਿਹੜੀਆਂ ਹੈਗੀਆਂ ਉਹ ਇਹਨੂੰ ਜ਼ਰੂਰ ਸਜ਼ਾ ਦੇਣਗੀਆਂ ਔਰ ਇਹਨੂੰ ਕੀਤੀ ਦਾ ਫਲ ਮਿਲੂਗਾ। ਔਰ ਜਿਸ ਤਰ੍ਹਾਂ ਕੁਝ ਲੋਕ ਕਹਿੰਦੇ ਵੀ ਇਹ ਛੋਟੀ ਉਮਰ ਦੇ ਵਿੱਚ ਬਣਿਆ ਡੀਜੀਪੀ ਹੈ, ਇਹ ਬੜਾ ਜੀ ਸਖਤ ਡੀਜੀਪੀ ਹੈ, ਉਹਨਾਂ ਨੇ ਧੱਜੀਆਂ ਉਡਾਈਆਂ ਬੜੀਆਂ ਸੋਹਣੀਆਂ ਸ਼ਬਦਾਵਲੀ ਦੇ ਨਾਲ। ਉਹ ਕਹਿੰਦੇ ਵੀ ਕਿਹੜੀ ਛੋਟੀ ਉਮਰ ਦੀ ਗੱਲ ਕਰਦੇ ਹੋ, ਕਿਹੜੀ ਸਖਤੀ ਦੀ ਗੱਲ ਕਰਦੇ ਹੋ। ਇਹਨਾਂ ਦੀ ਜਿਹੜਾ ਕਿ ਨਿਗਾਹ ਦੇ ਵਿੱਚੋਂ ਤਾਂ ਸ਼ਰੇਆਮ ਜਿਹੜੇ ਆ ਸੋ ਕਾਲਡ ਗੈਂਗਸਟਰ ਜਿਹੜਾ ਹੈਗਾ ਉਹਨੂੰ ਕੁਝ ਨੌਜਵਾਨ ਆ ਕੇ ਮਾਰ ਕੇ ਚਲੇ ਗਏ ਸੀ। ਕਈ ਸੈਂਕੜੇ ਵਾਰਦਾਤਾਂ ਜਿਹੜੀਆਂ ਉਹ ਸੁਮੇਧ ਸੈਣੀ ਦੀ ਜਿਹੜੇ ਕਿ ਉਹਦੀ ਕਮਾਂਡ ਹੇਠ ਅਜਿਹੀਆਂ ਹੋਈਆਂ ਜਿਹੜੀਆਂ ਸ਼ਾਇਦ ਇੱਕ ਜ਼ਿਲ੍ਹਾ ਪੱਧਰ ਦਾ ਚੰਗਾ ਪੁਲਿਸ ਅਧਿਕਾਰੀ ਲਾਇਆ ਹੁੰਦਾ ਤਾਂ ਉਹ ਵੀ ਲੋਕ ਉੱਥੋਂ ਠੀਕ ਆ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਈ ਆ। ਪਰ ਜਿਹਨੂੰ ਹੁਣ ਅਦਾਲਤਾਂ ਵਿਚਾਰੀਆਂ, ਜਿਹਨੂੰ ਪੰਜਾਬ ਦੀ ਸਰਕਾਰ ਸਦਾ ਬਚਾਉਂਦੀ ਰਹੀ ਆ, ਉਹ ਚਾਹੇ ਪਹਿਲਾਂ ਵਾਲੀ ਹੋਵੇ ਹੁਣ ਹੋਵੇ, ਤਾਂ ਐਂ ਲੱਗਦਾ ਵੀ ਸ਼ਾਇਦ ਇੱਕ ਵੱਡਾ ਸ਼ਿਕਾਰੀ ਜਿਹਨੂੰ ਇਹ ਸੁਰੱਖਿਅਤ ਰੱਖਣਾ ਚਾਹੁੰਦੇ ਆ। ਜੇ ਨਹੀਂ ਰੱਖਣਾ ਚਾਹੁੰਦੇ ਤਾਂ ਸਬੂਤ ਸਾਹਮਣੇ ਆ, ਗਵਾਹ ਸਾਹਮਣੇ ਆ, ਤਫਤੀਸ਼ ਕਰਕੇ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਬੀਬੀ ਕਿਰਨਜੀਤ ਕੌਰ ਜਿਹੜੀ 1997 ਦੇ ਵਿੱਚ ਜਿਨ੍ਹਾਂ ਨੂੰ ਜਬਰ ਜਨਾਹ ਕਰਕੇ ਕਤਲ ਕਰ ਦਿੱਤਾ ਗਿਆ ਸੀ, ਮਹਿਲ ਕਲਾਂ ਦੇ ਵਾਸੀ ਸਨ। ਉਹ ਭੈਣ ਸਾਡੇ ਪਿੰਡ ਦੇ ਨੇੜੇ ਹੀ ਆ ਮਹਿਲ ਕਲਾਂ, ਉਹਨਾਂ ਦੀ ਬਰਸੀ ਮਨਾਈ ਗਈ ਆ ਬੀਤੇ ਕੱਲ੍ਹ 12 ਤਰੀਕ ਨੂੰ ਮਹਿਲ ਕਲਾਂ ਵਿਖੇ। ਅਸੀਂ ਵੀ ਉਸ ਰੂਹ ਨੂੰ ਪ੍ਰਣਾਮ ਕਰਦੇ ਹਾਂ, ਉਸ ਭੈਣ ਨੂੰ ਜਿਸ ਦੇ ਇਕੱਲੇਪਣ ਦੀ, ਜਦੋਂ ਇਕੱਲੇ ਜਾ ਰਹੇ ਸੀ ਵਾਪਸ ਘਰ ਨੂੰ ਕਾਲਜ ਤੋਂ ਆਪਣੇ, ਉਸ ਦਾ ਫਾਇਦਾ ਉਠਾ ਕੇ ਜਿਹੜੇ ਗੁੰਡੇ ਬਦਮਾਸ਼ ਸੀ ਉਸ ਵਕਤ ਮਹਿਲ ਕਲਾਂ ਦੇ, ਉਹਨਾਂ ਨੇ ਉਸ ਬੀਬੀ ਦੇ ਨਾਲ ਜਬਰ ਜਨਾਹ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ। ਸੋ ਹਰ ਸਾਲ ਬਰਸੀ ਮਨਾਈ ਜਾਂਦੀ ਆ ਅਤੇ ਬੀਬੀਆਂ ਭੈਣਾਂ ਦੀ ਜਿਹੜੀ ਸੇਫਟੀ ਆ ਉਸ ਦੀ ਗੱਲ ਵੀ ਉੱਠਦੀ। ਪਰ ਇਸ ਦੇ ਉੱਤੇ ਜਦੋਂ ਉਹਨਾਂ ਨੂੰ ਸਜ਼ਾ ਜਾਫਤਾ ਕੀਤਾ ਆਪਣੇ ਜਸਵੀਰ ਸਿੰਘ ਜੀ ਜਿਹੜੇ ਦੋਸ਼ੀ ਸੀ, ਉਹਨਾਂ ਬੰਦਿਆਂ ਨੇ, ਉਹਨਾਂ ਦੀ ਗੱਲ ਬਿਲਕੁਲ ਵੀ ਨਹੀਂ ਹੁੰਦੀ। ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਖਾਲਸਾ ਨੇ, ਜਿਨ੍ਹਾਂ ਦੀ ਮਾਨ ਸਾਹਿਬ ਨੇ ਥੋੜ੍ਹੀ ਬਹੁਤ ਗੱਲ ਕੀਤੀ, ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨੇ, ਕੁਝ ਅਖਬਾਰਾਂ ਪਹਿਰੇਦਾਰ ਉਹਨਾਂ ਦੀ ਗੱਲ ਕਰਦਾ। ਪਰ ਜਿਹੜੀ ਖੱਬੇ ਪੱਖੀ ਵੀਰ ਨੇ ਉੱਥੇ, ਜਿਹੜੀ ਖੱਬੇ ਪੱਖੀ ਪਹੁੰਚ ਆ, ਉਹ ਹਮੇਸ਼ਾ ਹੀ ਇਸ ਗੱਲ ਦੀ ਕਮਜ਼ੋਰੀ ਦਿਖਾ ਜਾਂਦੀ। ਕੀ ਕਾਰਨ ਆ ਕਿ ਉਹ ਇਸ ਦਾ ਚਰਚਾ ਕਿਉਂ ਨਹੀਂ ਕਰਦੇ? ਇਹ ਕਾਫੀ ਅਹਿਮ ਗੱਲ ਹੈ ਜੀ, ਕਿਉਂਕਿ ਸੋਚ ਹੁੰਦੀ ਹੈ, ਕੁਛ ਲੋਕਾਂ ਦੀ ਸੋਚ ਹੈ ਵੀ ਉਹ ਕਿਸੇ ਦੇ ਜੰਮੇ ਤੇ ਜਾਣ
ਤਾਂ ਵੀ ਕ੍ਰੈਡਿਟ ਭਾਲਦੇ ਆ, ਕਿਸੇ ਦੇ ਮਰੇ ਦੇ ਜਾਣ ਉਹ ਕਹਿੰਦੇ ਮੈਨੂੰ ਥੋੜਾ ਵੱਖਰਾ ਦੇਖਿਆ ਜਾਵੇ ਕਿ ਵੀ ਹਾਂ ਫਲਾਣਾ ਵੀ ਆਇਆ, ਔਰ ਕਿਤੇ ਵੀ ਘਟਨਾ ਤੇ ਜਾਣ ਤਾਂ ਮੈਨੂੰ ਲੱਗਦਾ ਵੀ ਇੱਕ ਅਜਿਹੀ ਲੌਬੀ ਆ ਇਸ ਕੇਸ ਦੇ ਵਿੱਚ ਜਿਹੜੀ ਕ੍ਰੈਡਿਟ ਭਾਲਦੀ ਹੈ। ਸ਼ਾਇਦ ਮੈਨੂੰ ਇਹ ਸ਼ਬਦ ਨਹੀਂ ਕਹਿਣੇ ਚਾਹੀਦੇ ਹੈਗੇ, ਪਰ ਅਸਲੀਅਤ ਕੀ ਹੈ। ਜਿਸ ਭੈਣ ਕਰਮਜੀਤ ਕੌਰ ਦਾ ਜਿਹੜਾ ਕਿ ਜਿਸ ਵੀ ਉਸ ਹਾਲਾਤਾਂ ਦੇ ਵਿੱਚ ਉਹ ਕਤਲ ਹੋਇਆ, ਦਰਿੰਦਗੀ ਕੀਤੀ ਗਈ, ਹਾਲਾਂਕਿ ਅੱਜ ਹੁਣ ਜਿਹੜੇ ਸਮੇਂ 'ਚ ਅਸੀਂ ਬੈਠੇ ਹਾਂ 2021 ਦੇ ਵਿੱਚ 2020 ਦੀ ਗੱਲ ਕਰ ਲਈਏ, ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਭਾਰਤ ਮੁਲਕ ਦੇ ਵਿੱਚ ਘਟਦੀਆਂ ਔਰ ਪੰਜਾਬ ਦੇ ਵਿੱਚ ਵੀ ਘਟ ਰਹੀਆਂ। ਪਰ ਜਿਨ੍ਹਾਂ ਸਮਿਆਂ ਦੇ ਵਿੱਚ ਕਿਰਨਜੀਤ ਕੌਰ ਭੈਣ ਦੇ ਨਾਲ ਇਹ ਕੁਝ ਹੋਇਆ ਸੀ, ਉਦੋਂ ਕਿਤੇ ਲੱਖਾਂ ਘਟਨਾਵਾਂ ਦੇ ਵਿੱਚ ਇੱਕ ਅਜਿਹੀ ਘਟਨਾ ਹੁੰਦੀ ਸੀ, ਤਾਂ ਕਰਕੇ ਇਹ ਘਟਨਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀ। ਔਰ ਪੰਜਾਬ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਦਾ ਸਮਾਂ ਸੀ, ਜਦੋਂ ਹਰ ਜਿਹੜਾ ਮਰਦ ਆ ਉਹ ਬੇਗਾਨੀ ਔਰਤ ਨੂੰ ਭੈਣ ਕਹਿ ਕੇ ਸਤਿਕਾਰਦਾ ਸੀ, ਬੀਬੀਆਂ ਦੇ ਸਿਰਾਂ ਦੇ ਚੁੰਨੀਆਂ ਹੁੰਦੀਆਂ ਸੀ, ਕੇਸਰੀ ਪੱਗਾਂ ਹੁੰਦੀਆਂ ਸੀ, ਉਸ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਸੀ। ਔਰ ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋਣੀ ਬਹੁਤ ਜ਼ਿਆਦਾ ਚਰਚਾ ਸੀ। ਹੁਣ ਗੱਲ ਆ ਵੀ ਜਿਸ ਤਰ੍ਹਾਂ ਤੁਸੀਂ ਅਵਤਾਰ ਸਿੰਘ ਖਾਲਸਾ ਦੀ ਗੱਲ ਕੀਤੀ ਹੈ, ਕੱਲ ਪ੍ਰੋਗਰਾਮ ਹੋਇਆ ਬੀਬੀ ਕਰਨਜੀਤ ਕੌਰ ਦੀ ਜਿਹੜੀ ਬਰਸੀ ਮਨਾਈ ਗਈ ਹੈ। ਬਹੁਤ ਸਾਰੀ ਪੰਜਾਬ ਦੇ ਲੋਕ ਆ ਜਿਹੜੇ ਸ਼ਹੀਦ ਬੀਬੀ ਕਿਰਨਜੀਤ ਕੌਰ ਕਹਿ ਕੇ ਵੀ ਉਹਨੂੰ ਯਾਦ ਕਰਦੇ ਆ। ਤਾਂ ਉਹਨੂੰ ਯਾਦ ਕਰਨਾ, ਅਸੀਂ ਸਦਾ ਹੀ ਇਹਨਾਂ ਬੱਚਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਨਾਲ ਕੋਈ ਧੱਕਾ ਹੋਇਆ ਹੋਵੇ। ਔਰ ਉਹਨਾਂ ਵੀ ਜਿਹੜੇ ਬੰਦਿਆਂ ਨੇ ਉਸ ਕਿਰਨਜੀਤ ਕੌਰ ਦੇ ਜਿਹੜੇ ਕਾਤਲ ਔਰ ਬਲਾਤਕਾਰ ਕਰਨ ਵਾਲੇ, ਉਹਦੀ ਜਿਹੜੇ ਕਿ ਸਰੀਰਕ ਸ਼ੋਸ਼ਣ ਕਰਨ ਵਾਲੇ, ਉਹਦੀ ਇੱਜ਼ਤ ਨੂੰ ਖਿਲਵਾੜ ਕਰਨ ਵਾਲੇ ਬੰਦਿਆਂ ਦਾ ਕਤਲ ਕੀਤਾ, ਉਹਨਾਂ ਦੀ ਚਰਚਾ ਕਿਉਂ ਨਾ ਕੀਤੀ ਗਈ। ਅਸਲ ਤੇ ਇਹੀ ਹੈ ਨਾ, ਦੋ ਤਰੀਕੇ ਆ, ਜਾਂ ਤਾਂ ਅਦਾਲਤੀ ਆ ਵੀ ਕੋਈ ਘਟਨਾ ਹੋ ਜਾਂਦੀ ਹੈ, ਅਦਾਲਤ 'ਚ ਜਾਓ ਜੀ, ਸਬੂਤ ਪੇਸ਼ ਕਰੋ ਤੇ ਉਹਨ ਤੇ ਸਜ਼ਾ ਮਿਲੂਗੀ। ਜਿਸ ਤਰ੍ਹਾਂ ਅੱਜ ਅਸੀਂ ਸੁਮੇਧ ਸੈਣੀ ਦੀ ਗੱਲ ਕਰਦੇ ਸੀ, ਹੋਰ ਗੱਲਾਂ ਕਰਦੇ ਹਾਂ, ਵੀ ਅਦਾਲਤ ਤੋਂ ਲੋਕਾਂ ਦਾ ਭਰੋਸਾ ਉੱਠਿਆ। ਔਰ ਇਹਨਾਂ ਖੱਬੀ ਪੱਖੀਆਂ ਦਾ ਵੀ ਉੱਠਿਆ, ਸੱਜੇ ਦਾ ਵੀ ਉੱਠਿਆ। ਉਹ ਤਾਂ ਉੱਠਿਆ, ਉਹ ਹੁਣ ਜਦੋਂ ਅਸੀਂ ਪੁਰਾਣੀਆਂ ਖਬਰਾਂ ਦੇਖਦੇ ਹਾਂ, ਉਦੋਂ ਕਹਿੰਦੇ ਸੀ ਜਿਹੜੇ ਬੀਬੀ ਕਰਨਜੀਤ ਕੌਰ ਦੇ ਕਾਤਲ ਹੈ, ਉਹਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਆ, ਜਿਹੜਾ ਕਿ ਉਹਦੀ ਇੱਜ਼ਤ ਨੂੰ ਤਾਰ-ਤਾਰ ਕਰਨ ਵਾਲੇ ਆ, ਉਹ ਜਿਹੜੇ ਆ ਬੜੀ ਵੱਡੀ ਸਿਆਸੀ ਪਹੁੰਚ ਰੱਖਦੇ ਆ। ਉਹ ਇੰਨੀ ਕੁ ਵੱਡੀ ਸਿਆਸੀ ਪਹੁੰਚ ਰੱਖਦੇ ਸੀ ਸਮਰਾ ਸਾਹਿਬ, ਜਿਹੜੀ ਧਿਰ ਨੇ ਕੱਲ੍ਹ ਇਹ ਪ੍ਰੋਗਰਾਮ ਕੀਤਾ, ਜਿਹੜੇ ਇਹਨਾਂ ਦੇ ਬੌਸ ਇੱਕ ਵੱਡੇ, ਅਸੀਂ ਗਾਂ ਆਉਣ ਵਾਲੇ ਸਮੇਂ 'ਚ ਕਿਤੇ ਗੱਲ ਕਰਾਂਗੇ, ਉਹ ਉਹਨਾਂ ਤੱਕ ਵੀ ਪਹੁੰਚ ਰੱਖਦੇ ਸੀ। ਔਰ ਇਹਨਾਂ ਨੂੰ ਇਹ ਵੀ ਡਰ ਸੀ ਵੀ ਕਿਤੇ ਉਹ ਵੀ ਉਹਨਾਂ ਦੇ ਪੱਖ ਨਾ ਪੂਰ ਜਾਣ। ਇਹਨਾਂ ਨੂੰ ਅਦਾਲਤ ਤੇ ਵੀ ਯਕੀਨ ਨਹੀਂ ਸੀ, ਉਹਨਾਂ ਤੇ ਵੀ ਨਹੀਂ ਸੀਗਾ। ਔਰ ਹਾਲਾਤ ਇਸ ਤਰ੍ਹਾਂ ਦੇ ਸੀ, ਕਿਉਂਕਿ ਤੁਹਾਨੂੰ ਪਤਾ ਵੀ ਇੱਥੇ ਸਿਫਾਰਸ਼ਾਂ ਪੈਸੇ ਦੇ ਨਾਲ ਫੈਸਲੇ ਹੁੰਦੇ ਆ। ਤਾਂ ਫਿਰ ਜਿਹੜਾ ਹੈਗਾ ਦੋ ਗੁਰੂ ਕੇ ਜਿਹੜੇ ਸਿੱਖ ਭਾਈ ਅਵਤਾਰ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਅਦਾਲਤ ਦੇ ਵਿੱਚ, ਇਹ ਫਿਰ ਜਿੱਦਾਂ ਇੱਕ ਸਿੱਖ ਪਰੰਪਰਾ ਨਾ, ਜ਼ੁਲਮ ਦਾ ਜਿਹੜਾ ਕਿ ਨਾਸ਼, ਔਰ ਇੱਕ ਪਿੰਡ ਦੀ ਧੀ ਭੈਣ, ਚਾਹੇ ਉਹਨਾਂ ਦੇ ਪਰਿਵਾਰ ਚੋਂ ਵੀ ਨਹੀਂ ਸੀ, ਉਹਨਾਂ ਦੀ ਰਿਸ਼ਤੇਦਾਰੀ ਚੋਂ ਵੀ ਨਹੀਂ ਸੀ, ਪਰ ਇੰਨਾ ਸੀ ਕੋਈ ਦੇਸ਼ ਪੰਜਾਬ ਦੀ ਬੱਚੀ ਸੀ, ਦੇਸ਼ ਪੰਜਾਬ ਦੀ ਇੱਜ਼ਤ ਸੀ। ਉਹਦੇ ਜਿਹੜੇ ਕਿ ਕਾਤਲਾਂ ਨੂੰ, ਉਹਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਨੂੰ ਉਹਨਾਂ ਨੇ ਸੋਧਾ ਲਾਇਆ। ਔਰ ਕੱਲ ਜਦੋਂ ਐਡਾ ਵੱਡਾ ਸਮਾਗਮ ਕੀਤਾ ਗਿਆ, ਦੂਰ ਦੂਰ ਤੱਕ ਜਿਹੜਾ ਉਹਦਾ ਪ੍ਰਚਾਰ ਕੀਤਾ ਗਿਆ, ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਲੋਕਾਂ ਨੂੰ ਯਾਦ ਨਾ ਕਰਨਾ ਜਿਨ੍ਹਾਂ ਨੇ ਸੱਚਮੁੱਚ ਉਸ ਭੈਣ ਦੀ ਜਿਹੜੀ ਰੋਲੀ ਹੋਈ ਪੱਤ ਦਾ ਬਦਲਾ ਲਿਆ, ਤਾਂ ਇਹ ਇੱਕ ਸੌੜੀ ਸੋਚ ਦਾ ਨਤੀਜਾ। ਇਹ ਕ੍ਰੈਡਿਟ ਵਾਰ ਨਹੀਂ ਹੈਗੀ, ਇਹ ਹੈ ਠੀਕ ਹੈ ਤੁਸੀਂ ਨਹੀਂ ਕਰ ਸਕੇ, ਉਹਨਾਂ ਕੀਤਾ। ਔਰ ਹਾਲਾਂਕਿ ਉਸ ਤੋਂ ਬਾਅਦ ਇਹ ਮੁੱਕਰਦੇ ਵੀ ਰਹੇ ਵੀ ਇਹ ਤਾਂ ਇਹਨਾਂ ਦੀ ਕੋਈ ਨਿੱਜੀ ਰੰਜਿਸ਼ ਸੀ, ਕੋਈ ਨਿੱਜੀ ਰੰਜਿਸ਼ ਨਹੀਂ ਸੀ ਉਹਨਾਂ ਦੀ। ਅਸੀਂ ਉਹਨਾਂ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਨੇ, ਅਵਤਾਰ ਸਿੰਘ ਖਾਲਸਾ ਦੇ ਬਿਆਨ ਲੱਗੇ ਵੀ ਨਿੱਜੀ ਰੰਜਿਸ਼ ਸਾਡੀ ਕੀ ਹੋ ਸਕਦੀ ਹੈ, ਸਾਡੀ ਨਿੱਜੀ ਰੰਜਿਸ਼ ਨਹੀਂ ਸੀ, ਬਸ ਫਰਜ਼ ਸੀ ਅਦਾ ਕਰਨਾ ਵੀ ਜੇ ਕਿਰਨਜੀਤ ਕੌਰ ਦਾ ਪਰਿਵਾਰ ਉਹ ਨਹੀਂ ਫਰਜ਼ ਨਿਭਾ ਸਕਿਆ, ਜਾਂ ਕਿਰਨਜੀਤ ਕੌਰ ਦੇ ਚਲੇ ਜਾਣ ਤੋਂ ਬਾਅਦ ਉੱਥੇ ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਉਹ ਫਰਜ਼ ਨਹੀਂ ਨਿਭਾ ਸਕੇ, ਉਹ ਕਹਿੰਦੇ ਵੀ ਸਾਨੂੰ ਅਦਾਲਤ ਤੇ ਵੀ ਜਿਹੜਾ ਸ਼ੱਕ ਲੱਗਦਾ ਵੀ ਇਹਨਾਂ ਦੀ ਪਹੁੰਚ ਬੜੀ ਹੈ ਕਾਤਲਾਂ ਦੀ, ਤਾਂ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਔਰ ਉਸ ਗੱਲ ਦੀ ਉਹਨਾਂ ਨੂੰ ਸਜ਼ਾ ਵੀ ਮਿਲੀ ਆ। ਔਰ ਹੁਣ ਸਮਾਗਮ ਕਰਨੇ, ਬੀਬੀ ਕਿਰਨਜੀਤ ਕੌਰ ਨੂੰ ਸ਼ਹੀਦ ਜਿੰਦਾਬਾਦ ਕਹਿਣਾ, ਪਰ ਉਹਨਾਂ ਦੀ ਚਰਚਾ ਨਾ ਕਰਨੀ ਜਿਨ੍ਹਾਂ ਨੇ ਕਿਰਨਜੀਤ ਕੌਰ ਦੀ ਰੋਲੀ ਹੋਈ ਪੱਤ ਦਾ ਬਦਲਾ ਲਿਆ, ਇਹ ਸੌੜੀ ਸੋਚ ਦਾ ਔਰ ਕ੍ਰੈਡਿਟ ਵਾਰ ਦਾ ਜਿਹੜਾ ਕਿ ਨਤੀਜਾ ਹੈਗਾ ਜੀ। ਅਖੀਰ ਦੇ ਉੱਤੇ ਵਧਦੇ ਆਪਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਹੁੰਚ ਦੇ ਵੱਲ। ਦੋ ਨੈਰੇਟਿਵ ਚੱਲਦੇ ਨੇ ਪੰਜਾਬ ਦੇ ਵਿੱਚ, ਬਿਰਤਾਂਤ ਸਿਰਜਦੇ ਆ। ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਥੋੜਾ ਖਤਰੇ ਦੇ ਵਿੱਚ ਆਉਂਦਾ, ਉਹ ਕਹਿੰਦਾ ਕਿ ਪੰਥ ਖਤਰੇ ਦੇ ਵਿੱਚ ਆ, ਉਹ ਢੋਲ ਪਾ ਕੇ ਪੰਜਾਬ ਦੇ ਪੰਥ ਦੇ ਵੱਲ ਮੂੰਹ ਕਰਨ ਲੱਗ ਜਾਂਦਾ ਤੇ ਉਹ ਉਹਨੂੰ ਵਜਾਉਣ ਲੱਗ ਜਾਂਦਾ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰ ਥੋੜਾ ਜਿਹਾ ਔਖਾ ਹੁੰਦਾ ਤੇ ਉਹ ਢੋਲ ਪਾ ਕੇ ਆਪਣੇ ਗਲ ਦੇ ਵਿੱਚ ਉਹ ਦਿੱਲੀ ਵੱਲ ਨੂੰ ਮੂੰਹ ਕਰ ਲੈਂਦਾ ਗਾ, ਤੇ ਉਹ ਕਹਿੰਦਾ ਜੀ ਪੰਜਾਬ ਖਤਰੇ ਦੇ ਵਿੱਚ ਆ, ਇਹਦੇ ਨਾਲ ਹਿੰਦੁਸਤਾਨ ਖਤਰੇ ਦੇ ਵਿੱਚ ਆ, ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਤਵਾਦ ਵੱਧ ਸਕਦਾ। ਸੋ ਇਹ ਦੋਨੇ ਸੁਰ ਅਲਾਪੇ ਜਾਂਦੇ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਵਾਰੀ ਆ, ਉਹ ਜਾ ਕੇ ਅਮਿਤ ਸ਼ਾਹ ਕੋਲ ਇਹ ਆਪਣਾ ਰਾਗ ਜਿਹੜਾ ਸੁਰ ਆ, ਜਿਹੜਾ ਫੇਰ ਰਾਗ ਵਜਾ ਰਿਹਾ ਤੇ ਸੁਰ ਇਹ ਛੇੜ ਰਿਹਾ ਗਾ ਕਿ ਪੰਜਾਬ ਖਤਰੇ ਦੇ ਵਿੱਚ ਆ। ਸੋ ਕਿਵੇਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਦੀ ਇਸ ਦੂਰ ਅੰਦੇਸ਼ੀ ਨੂੰ? ਦੇਖੋ ਜੀ, ਪੰਜਾਬ ਖਤਰੇ 'ਚ ਜ਼ਰੂਰ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਉਹ ਕਿੰਨੇ ਤੋਂ ਖਤਰੇ 'ਚ ਹੈ
ਉਹ ਇਹਨਾਂ ਹੀ ਲੋਕਾਂ ਤੋਂ ਖਤਰੇ 'ਚ ਹੈ ਜਿਹੜੇ ਕਹਿੰਦੇ ਵੀ ਆਹ ਮੇਰਾ ਪੰਜਾਬ ਹੈ, ਮੈਂ ਪੰਜਾਬ ਦਾ ਵਾਰਸ ਹਾਂ, ਮੈਂ ਪੰਜਾਬ ਦੇ ਪਾਣੀਆਂ ਦਾ ਵਾਰਸ ਹਾਂ, ਮੈਂ ਪੰਜਾਬ ਦੇ ਲੋਕਾਂ ਦਾ ਵਾਰਸ ਹਾਂ, ਪਰ ਉਹ ਹੈ ਨਹੀਂ। ਉਹ ਵਾਰਸ ਨੇ, ਮਾਫ ਕਰਨਾ, ਉਹ ਸੀਤਾਫਲ ਵਾਲੇ ਬਾਗਾਂ ਦੇ ਵਾਰਸ ਨੇ, ਹਨਾ। ਉਹ ਉਹਨਾਂ ਲੋਕਾਂ ਦੇ ਵਾਰਸ ਨੇ। ਜੇ ਇਸ ਤਰ੍ਹਾਂ ਦੇ ਜਿਹੜੇ ਕਿ ਵਿਵਾਦਾਂ ਦੇ ਵਿੱਚ ਫਸੇ ਰਹਿਣ ਵਾਲੇ ਪੰਜਾਬ ਦੇ ਵਾਰਸ ਨਹੀਂ ਹੋ ਸਕਦੇ। ਹਾਂ, ਇਹਦੇ ਪਿੱਛੇ ਵੀ ਇੱਕ ਬਹੁਤ ਇੱਕ ਸੌੜੀ ਸੋਚ ਆ। ਉਹ ਇਹ ਹੈ ਕਿ ਪੰਜਾਬ ਦੇ ਜਿਹੜੇ ਅਸਲ ਵਾਰਸ ਹੈ, ਜਿਹੜੇ ਗੱਲ ਕਰਦੇ ਆ ਪੰਜਾਬ ਦੇ ਮਸਲਿਆਂ ਦੀ, ਜਿਹੜੇ ਗੱਲ ਕਰਦੇ ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਬੋਲੀ ਨੂੰ ਜਿਹੜਾ ਸਦਾ ਸੁਰਖਰੂ ਕਰਨ ਦੀ ਗੱਲ ਕਰਦੇ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ, ਲੋਕ ਉਹਨਾਂ ਦੀ ਆਵਾਜ਼ ਨੂੰ ਫੜਨਾ ਪਸੰਦ ਕਰਦੇ ਆ। ਕਿਸਾਨੀ ਸੰਘਰਸ਼ ਦੀ ਗੱਲ ਕਰ ਲਓ। ਕਿਸਾਨੀ ਸੰਘਰਸ਼ ਦੇ ਸਮੇਂ ਵਿੱਚ ਆਏ ਹੋਏ ਸਾਰੇ ਦੇ ਸਾਰੇ ਗੀਤ ਜਿਹੜੇ ਦਿੱਲੀ ਨੂੰ ਚੜਾ ਰਹੇ ਆ, ਜਿਹੜੇ ਕਹਿੰਦੇ ਆ ਵੀ ਸਾਡੇ ਵੱਡ ਵਡੇਰਿਆਂ ਨੇ ਖੈਬਰ ਤੋਂ ਦਿੱਲੀ ਤੱਕ ਰਾਜ ਕੀਤਾ, ਜਿਹੜੇ ਕਹਿੰਦੇ ਆ ਵੀ ਜਿਹੜਾ ਕਿ ਸਾਡੀ ਜੇ ਪੈਲੀ ਦੇ ਵਿੱਚ ਕੋਈ ਬਗਾਨਾ ਪੈਰ ਪੈ ਗਿਆ ਤੇ ਅਸੀਂ ਉਹਨੂੰ ਵੱਢ ਦਿਆਂਗੇ, ਜਿਹੜੇ ਕਹਿੰਦੇ ਆ ਵੀ ਇਹ ਵਾਰਸ ਬਘੇਲ ਸਿੰਘ ਦੇ ਝੰਡੇ ਕੇਸਰੀ ਝੁਲਾਉਂਦੇ ਰਹਿਣਗੇ, ਇਹ ਹੁਣ ਜਾਗ ਚੁੱਕੇ ਆ। ਦੇਖੋ, ਚਾਹੇ ਇਹ ਸਾਰੇ ਦੇ ਸਾਰੇ ਗਾਇਕ ਆ, ਸ਼ਾਇਦ ਇਹਨਾਂ ਨੇ ਕੋਈ ਇਤਿਹਾਸਕ ਕਿਤਾਬ ਨਾ ਪੜ੍ਹੀ ਹੋਵੇ, ਸ਼ਾਇਦ ਇਹ ਕੇਸਾਧਾਰੀ ਵੀ ਨਾ ਹੋਣ, ਸ਼ਾਇਦ ਇਹ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਕਦੇ ਜਾਣਦੇ ਨਾ ਹੋਣ, ਪਰ ਇਹ ਵੇਖੋ ਕਿ ਇਹਨਾਂ ਦੇ ਵਿੱਚ ਖੂਨ ਦੇ ਵਿੱਚ ਕਿਤੇ ਨਾ ਕਿਤੇ ਉਹ ਜਜ਼ਬਾ ਹੈਗਾ। ਕਿਸਾਨੀ ਸੰਘਰਸ਼ ਚੱਲਿਆ, ਇਹਨਾਂ ਨੂੰ ਪਤਾ ਲੱਗਾ ਵੀ ਸਾਡਾ ਅਸਲ ਦੁਸ਼ਮਣ ਕੌਣ ਹੈ। ਦੇਖੋ, ਅਸਲ 'ਚ ਕਿਸਾਨੀ ਸੰਘਰਸ਼ ਵਿੱਚ ਸਾਡਾ ਅਸਲ ਦੁਸ਼ਮਣ ਇਕੱਲੀ ਬੀਜੇਪੀ ਜਮਾਤ ਥੋੜੀ ਹੈ। ਇਹ ਖੇਡ ਕਾਨੂੰਨ ਤਾਂ ਕਾਂਗਰਸ ਵੀ ਤਾਂ ਲੈ ਕੇ ਆਈ ਸੀ ਨਾ। ਵੱਡੀ ਗੱਲ ਹੁੰਦੀ ਹੈ, ਬੀਤੇ ਸਮੇਂ ਦੇ ਵਿੱਚ ਇੱਕ ਵਾਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਸ ਸਟੇਜ ਤੋਂ ਕਿਹਾ ਸੀ ਵੀ ਸਿੱਖ ਜਿਹੜੇ ਆ ਉਹ ਕੁੱਤਾ ਬਿਰਤੀ ਦੇ ਵਿੱਚ ਨਾ ਜੀਓ, ਉਹ ਸ਼ੇਰ ਬਿਰਤੀ ਦੇ ਵਿੱਚ ਜੀਓ। ਵੀ ਕੁੱਤਾ ਕੀ ਹੈ, ਜਿਹੜਾ ਕੋਈ ਸੋਟੀ ਮਾਰਦਾ ਉਹ ਸੋਟੀ ਫੜਦਾ, ਅੱਗੋਂ ਉਹਦੇ ਮੂੰਹ ਤੇ ਵੱਜਦੀ ਹੈ, ਸੱਟ ਵੀ ਖਾਂਦਾ ਤੇ ਭੌਂਕਦਾ ਰਹਿੰਦਾ। ਉਹ ਨਹੀਂ ਵੇਖਦਾ ਵੀ ਸੋਟੀ ਕਿੰਨੇ ਹੱਥ 'ਚ ਹੈ। ਜਿਹੜਾ ਸ਼ੇਰ ਹੈ, ਜਿਹੜਾ ਵਾਰ ਕਰਨ ਵਾਲਾ, ਉਹਦੇ ਗਲ ਨੂੰ ਹੱਥ ਪਾਉਂਦਾ। ਔਰ ਜਿਹੜਾ ਪੰਜਾਬ ਆ ਨਾ, ਇਹ ਵਾਰ ਕਰਨ ਵਾਲੇ ਦੇ ਗਲ ਨੂੰ ਹੱਥ ਪਾਉਂਦਾ, ਕਿਸੇ ਵੀ ਤਰੀਕੇ ਨਾਲ ਹੋਵੇ। ਇਤਿਹਾਸ 'ਚ ਵੀ ਪਾਉਂਦਾ ਰਿਹਾ। ਜਿੰਨੇ ਦੇ ਜਿੰਨੇ ਗੀਤ ਆਏ ਆ, ਇਹ ਪੰਜਾਬ 'ਚੋਂ ਤੁਰੇ ਆ। ਫਿਰ ਵੇਖੋ, ਸਾਡੀ ਕਿਸਾਨੀ ਸੰਘਰਸ਼ ਅੱਜ ਵੀ ਬਿਲਕੁਲ ਐਕਟਿਵ ਹੈ, ਚੱਲ ਰਿਹਾ ਹੈ। ਇਹ ਤਾਂ ਅਸੀਂ ਵਿੱਚ ਲਿਆਉਣੇ ਵੀ ਇਹ ਕਰਕੇ ਸਮਝਾਉਣਾ ਥੋੜਾ ਸੌਖਾ ਹੋ ਜੂ, ਲੋਕਾਂ ਨੂੰ ਜਲਦੀ ਫੀਲ ਕਰਨਗੇ ਉਸ ਗੱਲ ਨੂੰ। ਕਿਸਾਨੀ ਸੰਘਰਸ਼ ਦੇ ਵਿੱਚ ਸਾਰੇ ਦੇ ਸਾਰੇ ਗੀਤ ਹੈ ਪੰਜਾਬ ਬਨਾਮ ਦਿੱਲੀ। ਕੱਲਾ ਪੰਜਾਬ ਹੀ ਨਹੀਂ, ਬਲਕਿ ਹਰਿਆਣਾ ਬਨਾਮ ਦਿੱਲੀ। ਹਰਿਆਣੇ ਦੇ ਵੀ ਇੱਕ ਸੱਜਣ ਦਾ, ਨੌਜਵਾਨ ਦਾ ਗੀਤ ਸੀ ਵੀ ਇਸ ਵਾਰ ਉਹ ਲਾਲ ਕਿਲੇ ਪੇ ਝੰਡਾ ਕਿਸਾਨ ਝੁਲਾਏਗਾ, ਹਨਾ। ਹੁਣ ਦੱਸੋ ਵੀ ਉਹ ਮੁੰਡਾ, ਹਨਾ, ਜਿਹਨੂੰ ਝੰਡਾ ਚਲਾਉਣ, ਉਹਨੂੰ ਉਹਦੇ ਵੀ ਕਿਤੇ ਨਾ ਕਿਤੇ ਮਨ ਚਾਹੀ ਵੀ ਠੀਕ ਹੈ ਉੱਥੇ ਚਲਾਉਣਾ ਝੰਡਾ। ਤਾਂ ਇਹ ਜਿਹੜਾ ਜਜ਼ਬਾ ਹੈਗਾ, ਇਹ ਅਸਲ 'ਚ ਇਹ ਐਕਟਿਵ ਹੋ ਰਹੇ ਆ ਲੋਕ। ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਜਿਹੜੇ ਲੋਕ ਆ ਉਹ ਸੁਰਖਰੂ ਜਾਗਰੂਕ ਹੋ ਰਹੇ ਆ। ਕਿੱਥੇ ਤਾਂ ਇਹਨਾਂ ਗਾਇਕਾਂ ਨੇ ਇਸ ਤਰ੍ਹਾਂ ਦੇ ਗੀਤ ਗਾਉਣੇ ਸੀ ਵੀ ਕਦੇ ਕਦੇ ਰੱਬ ਪੈਦਾ ਕਰਦਾ ਇਸ ਤਰ੍ਹਾਂ ਦੇ ਇਨਸਾਨ, ਹਨਾ। ਕਦੇ ਉਹ ਬਾਦਲ ਸਾਹਿਬ ਨੂੰ ਕਹਿੰਦੇ ਵੀ ਇਹੋ ਜਿਹੇ ਇਨਸਾਨ ਕਦੇ ਕਦੇ ਪੈਦਾ ਹੁੰਦੇ ਆ। ਫਿਰ ਇਹ ਆਪਣੇ ਗੀਤ ਲੈ ਕੇ ਆਉਂਦੇ ਜੀ, ਕੈਪਟਨ ਸਾਹਿਬ ਬੜੇ ਪਾਣੀਆਂ ਦੇ ਰਾਖੇ ਆ ਜੀ, ਉਹ ਕੋਈ ਤੀਜੀ ਧਿਰ। ਪਰ ਹੁਣ ਜਿਹੜੇ ਆ ਲੋਕ ਜਾਗ ਜ਼ਰੂਰ ਚੁੱਕੇ ਆ। ਬੇਸ਼ੱਕ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਡਰਾਇਆ ਗਿਆ ਨੌਜਵਾਨਾਂ ਨੂੰ। ਇੱਕ ਪਾਸੇ ਤਾਂ ਦਿੱਲੀ ਪੁਲਿਸ ਜਿਹੜੀ ਮਗਰ ਪੈ ਗਈ, NIA ਮਗਰ ਪੈ ਗਈ, ਇੰਟੈਲੀਜੈਂਸੀਆਂ ਮਗਰ ਪੈ ਗਈਆਂ, ਦੂਜੇ ਪਾਸੇ ਪੰਜਾਬ ਪੁਲਿਸ ਵੀ ਮਗਰ ਪੈ ਗਈ। ਗਾਉਣ ਵਾਲਿਆਂ ਦੇ ਪਰਚੇ, ਲਿਖਣ ਵਾਲਿਆਂ ਦੇ ਪਰਚੇ, ਖੇਡਣ ਵਾਲਿਆਂ ਦੇ ਪਰਚੇ, ਉਹਨਾਂ ਦੇ ਖਾਤੇ ਸੀਜ਼, ਕਿੰਨਾ ਕੁਛ ਕੀਤਾ। ਪਰ ਇਹ ਸਪਸ਼ਟ ਆ ਵੀ ਇਹਨਾਂ ਤਰੀਕਿਆਂ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਨਹੀਂ ਮਾਰ ਸਕਦੇ। ਇਹ ਖੱਟਿਆ ਸੀ ਕਿਸਾਨੀ ਸੰਘਰਸ਼ ਚੋਂ, ਜਿੰਨਾ ਕੁ ਹੁਣ ਤੱਕ ਅਸੀਂ ਖੱਟ ਚੁੱਕੇ ਆ। ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿੰਦੇ ਸੀ ਜੀ ਪੰਜਾਬ ਦੇ ਵਿੱਚ ਤੁਰੀ ਜਾਂਦੇ ਸਾਨੂੰ ਕੀੜੀ ਦੀਦੀ ਹੈ, ਪੰਜਾਬ ਜਦੋਂ ਮੇਰਾ ਰਾਜ ਆਊਗਾ 4 ਹਫ਼ਤਿਆਂ 'ਚ ਮੈਂ ਨਸ਼ੇ ਦਾ ਡੱਕ ਤੋੜ ਦੂੰ। ਹੁਣ ਉਹਨਾਂ ਨੂੰ ਪੰਜਾਬ ਖਤਰੇ 'ਚ ਲੱਗਣ ਲੱਗ ਗਿਆ। ਕੈਪਟਨ ਸਾਹਿਬ, 5 ਸਾਲ ਤੁਸੀਂ ਰਾਜ ਕੀਤਾ, ਕੀ ਤੁਹਾਡੇ ਤੋਂ ਖਤਰਾ ਟਾਲਿਆ ਨਹੀਂ ਗਿਆ? ਤੁਹਾਡੇ ਤੋਂ ਖਤਰਾ ਨਹੀਂ ਟਾਲਿਆ ਗਿਆ। ਹੁਣ ਤੁਸੀਂ ਦਿੱਲੀ ਜਾ ਕੇ ਕਹਿੰਦੇ ਵੀ ਖਤਰੇ 'ਚ ਪੰਜਾਬ, ਤੇ ਤੁਸੀਂ ਦੱਸੋ ਕੀ ਕਰਦੇ ਹੋ? ਛੱਡ ਦਿਓ ਫਿਰ ਕੋਈ ਚੰਗਾ ਚੁੱਲੋ ਪੰਜਾਬ ਦੇ ਵਿੱਚੋਂ ਬੰਦਾ ਜਿਹੜਾ ਪੰਜਾਬ ਦਾ ਖਤਰਾ ਟਾਲ ਸਕੇ। ਪੰਜਾਬ ਨੂੰ ਕੋਈ ਖਤਰਾ ਨਹੀਂ। ਜੇ ਹੈ ਖਤਰਾ, ਉਹ ਇਹਨਾਂ ਤੋਂ ਹੀ ਹੈ ਜਿਹੜੇ ਆਪਦਾ ਪਰਿਵਾਰ ਪਾਲਣ ਦੀ ਖਾਤਰ, ਆਪਦੇ ਕਾਰੋਬਾਰਾਂ ਨੂੰ ਵਧਾਉਣ ਦੀ ਖਾਤਰ ਉਹਨਾਂ ਲੋਕਾਂ ਨੂੰ ਪੰਜਾਬ ਦੇ ਉੱਤੇ ਕਾਬਜ਼ ਕਰਾਉਣਾ ਚਾਹੁੰਦੇ ਆ, ਜਿਨ੍ਹਾਂ ਨੂੰ ਪੰਜਾਬ ਦੇ ਨਾ ਤਾਂ ਕਿਰਤੀ ਲੋਕ ਪਸੰਦ ਕਰਦੇ ਆ, ਨਾ ਪੰਜਾਬ ਦੇ ਜ਼ਿਮੀਂਦਾਰ ਪਸੰਦ ਕਰਦੇ ਆ, ਨਾ ਪੰਜਾਬ ਦਾ ਮਜ਼ਦੂਰ ਪਸੰਦ ਕਰਦਾ, ਨਾ ਪੰਜਾਬ ਦਾ ਕੋਈ ਦੁਕਾਨਦਾਰ ਪਸੰਦ ਕਰਦਾ। ਕੋਈ ਪਸੰਦ ਨਹੀਂ ਕਰਦਾ। ਹਰ ਇੱਕ ਬੰਦਾ ਚਾਹੁੰਦਾ ਮੇਰੀ ਹੱਟੀ, ਮੇਰੀ ਦੁਕਾਨ, ਮੇਰਾ ਧਰਮ ਸੁਰੱਖਿਅਤ ਰਹੇ। ਪਰ ਇਹ ਲੋਕ ਆ ਜਿਹੜੇ, ਕਦੇ ਕੋਈ ਕਹਿੰਦਾ ਜੀ ਪੰਥ ਖਤਰੇ 'ਚ ਹੈ, BJP ਕਹਿੰਦੀ ਜੀ ਹਿੰਦੂ ਖਤਰੇ 'ਚ ਆ। ਨਾ ਕੋਈ ਇੱਥੇ ਹਿੰਦੂ ਖਤਰੇ 'ਚ ਆ, ਨਾ ਕੋਈ ਇੱਥੇ ਮੁਸਲਮਾਨ ਖਤਰੇ 'ਚ ਹੈ। ਜੇ ਕੋਈ ਖਤਰੇ 'ਚ ਹੈ, ਇਹਨਾਂ ਦੀ ਕੁਰਸੀ ਖਤਰੇ 'ਚ ਹੈ। ਇਹ ਫਿਰ ਰੌਲਾ ਪਾਉਂਦੇ ਆ ਜੀ ਆਹ ਵੀ ਖਤਰੇ 'ਚ, ਆਹ ਵੀ ਖਤਰੇ 'ਚ। ਉਹ ਭੋਲੇ ਲੋਕ ਮਗਰ ਲੱਗ ਜਾਂਦੇ, ਕੁਛ ਇਹਨਾਂ ਦੇ ਸੱਜੇ ਖੱਬੇ ਹੁੰਦੇ ਆ, ਉਹ ਫਿਰ ਇਸ ਤਰ੍ਹਾਂ ਖਤਰੇ 'ਚ ਸਾਰਾ ਕੁਛ ਹੀ ਪੈ ਜਾਂਦਾ। ਇਹਨਾਂ ਨੂੰ ਵੀ ਪਤਾ ਵੀ ਪੰਜਾਬ ਦੇ ਨੌਜਵਾਨ ਹੁਣ ਸ਼ੇਰ ਬਿਰਤੀ ਧਾਰਨ ਕਰ ਚੁੱਕੇ ਆ। ਉਹ ਚਾਹੁੰਦੇ ਆ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ। ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਪੱਥਰ ਦਾ ਮੁੱਲ ਰਾਜਸਥਾਨ ਤੈਅ ਕਰਦਾ, ਸਾਡੀ ਫਸਲ ਦਾ ਮੁੱਲ ਅਸੀਂ ਕਿਉਂ ਨਾ ਤੈਅ ਕਰੀਏ। ਆ ਖੇਤੀ ਕਾਨੂੰਨ ਚੱਲ ਰਿਹਾ, ਇਸ ਤੋਂ ਬਾਅਦ ਤੁਸੀਂ ਵੇਖਿਓ ਮੰਗਾਂ ਵੱਧਦੀਆਂ ਜਾਣੀਆਂ ਜਦੋਂ ਇਹ ਸੰਘਰਸ਼ ਜਿੱਤ ਕੇ ਆਉਣਗੇ। ਇਹ ਸਾਡੀ ਪ੍ਰਾਪਤੀ ਹੈ। ਪੰਜਾਬ ਦੀ 52% ਤੋਂ ਵੱਧ ਜਿਹੜੀ ਵੋਟ ਪਰਸੈਂਟੇਜ ਆ ਉਹ ਨੌਜਵਾਨੀ ਹੈ। ਠੀਕ ਹੈ, ਉਹਨਾਂ ਚੋਂ ਕੋਈ 10-20% ਇਹਨਾਂ ਸਿਆਸੀ ਲੋਕਾਂ ਮਗਰ ਹੋਊਗੀ। ਪਰ ਇਹ ਗੱਲ ਸਪਸ਼ਟ ਹੈ, ਜੇ ਬੇਸ਼ੱਕ 52 ਦੇ ਵਿੱਚੋਂ 10-20% ਇਹਨਾਂ ਦੇ ਨਾਲ ਆ, ਪਤਾ ਉਹਨੂੰ ਵੀ ਹੈ ਵੀ ਕੌਣ ਚੋਰ ਤੇ ਕੌਣ ਸਾਧ ਆ। ਉਹ ਵੀ ਦਿੱਲੀ ਕਿਸਾਨ ਸੰਘਰਸ਼ ਦੇ ਵਿੱਚ ਉੱਥੇ ਆਪਦੇ ਟੈਂਟ ਲਾ ਕੇ ਬੈਠੇ ਰਹੇ ਆ।
ਬਾਈ ਨੇਮ ਸਾਡੀਆਂ ਗੱਲਾਂ ਹੋਈਆਂ, ਸਾਡੀਆਂ ਮੁਲਾਕਾਤਾਂ ਅਕਾਲੀ ਦਲ ਦੇ ਨੌਜਵਾਨਾਂ ਨਾਲ ਵੀ ਹੋਈਆਂ, ਜਿਹੜੇ ਸੀਨੀਅਰ ਲੀਡਰ ਰਹੇ ਇਹਨਾਂ ਦੇ, ਔਰ ਕਾਂਗਰਸੀਆਂ ਨਾਲ ਵੀ ਹੋਈਆਂ। ਉਹ ਮੰਨਦੇ ਆ ਵੀ ਅਸਲ 'ਚ ਹੱਲ ਉਹੀ ਹੈ, ਸਾਡੇ ਅਧਿਕਾਰ ਸਾਨੂੰ ਮਿਲਣੇ ਚਾਹੀਦੇ ਆ। ਇਹ ਗੱਲ ਦਾ ਇਹਨਾਂ ਨੂੰ ਵੀ ਪਤਾ ਲੱਗ ਗਿਆ, ਤਾਂ ਹੁਣ ਇਹ ਖਤਰੇ 'ਚ ਪੰਜਾਬ ਕਹਿ ਕੇ ਰੌਲਾ ਪਾਉਂਦੇ ਆ ਜੀ। ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ, ਅੱਜ ਦੀਆਂ ਇਨ ਖਬਰਾਂ ਦੇ ਉੱਤੇ ਚਾਨਣਾ ਪਾਉਣ ਦੇ ਲਈ, ਵਿਸਥਾਰ ਦੇ ਵਿੱਚ ਚਰਚਾ ਕਰਨ। ਮਿਲਦੇ ਹਾਂ ਆਪਾਂ ਕੱਲ ਨੂੰ। ਅੱਜ ਦੀ ਖਬਰਾਂ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।